ਵਾਹਿਗੁਰੂ ਜੀ। ਸ੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦਿਵਸ ਆਗਲੇ ਬੁੱਧੂ ਗਇਓ, ਜਾਏ ਈਟਕਾ ਦੇਖਤ ਭਇਓ। ਜਿਤਕ ਨਿਕਾਲੀ ਪੀਲੀ ਆਵਤ, ਪਾਕੀ ਲਾਲ ਨਹੀਂ ਦ੍ਰਿਸ਼ਟਾਵਤ। ਦਿਵਸ ਆਗਲੇ ਬੁੱਧੂ ਗਇਓ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਅੰਤਰਜਾਮੀ ਸਤਿਗੁਰੂ ਗਰੀਬ ਨਵਾਜ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਡੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ।
ਗੁਰਬਾਣੀ ਜੀ ਦਾ ਕੀਰਤਨ ਦੇ ਲਾਭ ਆਪ ਜੀ ਨੇ ਪ੍ਰਾਪਤ ਕੀਤੇ ਹਨ। ਕੁਝ ਸਮਾਂ ਗੁਰੂ ਘਰ ਦਾ ਪਵਿੱਤਰ ਇਤਿਹਾਸ ਆਪ ਜੀ ਨੇ ਸਰਵਣ ਕਰਨਾ ਹੈ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਸਾਹਿਬ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਕਰਵਾ ਰਹੇ ਹਨ ਔਰ ਬੜੇ ਬੜੇ ਬ੍ਰਹਮ ਗਿਆਨੀ ਸਿੱਖ ਉਸ ਸਮੇਂ ਸੇਵਾ ਕਰ ਰਹੇ ਹਨ। ਉਹਨਾਂ ਦਿਨਾਂ ਦਾ ਇੱਕ ਪ੍ਰਸੰਗ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਦਿੱਲੀ ਦੇ ਵਿੱਚ ਵਾਹਿਗੁਰੂ ਲਾਹੌਰ ਦੇ ਵਿੱਚ ਸਤਿਗੁਰੂ ਜੀ ਦਾ ਇੱਕ ਪਿਆਰਾ ਸਿੱਖ ਰਹਿੰਦਾ ਹੈ, ਜਿਹਦਾ ਨੇਮ ਹੈ ਕਿਸੇ ਵੀ ਕਾਰਜ ਨੂੰ ਆਰੰਭ ਕਰਨ ਤੋਂ ਪਹਿਲਾਂ ਉਹ ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲੈਂਦਾ ਹੈ। ਉਹਦਾ ਨਾਮ ਹੈ ਭਾਈ ਬੁੱਧੂ ਜੀ। ਭਾਈ ਬੁੱਧੂ ਜੀ ਹਰ ਕਾਰਜ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਦਾ ਆਸਰਾ ਲੈਂਦੇ ਹਨ। ਕੋਈ ਵੀ ਕਾਰਜ ਉਹ ਕਰਦੇ ਹੈ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋ ਕੇ ਅਰਦਾਸ ਕਰਾਉਂਦੇ ਹਨ। ਬੜੇ ਵਪਾਰੀ ਨੇ, ਇਹਨਾਂ ਦੇ ਇੱਟਾਂ ਦੇ ਭੱਠੇ ਨੇ ਜੀ। ਭਾਈ ਬੁੱਧੂ ਜੀ ਨੇ ਇੱਕ ਵਾਰੀ ਫਿਰ ਫੁਰਨਾ ਬਣਾਇਆ। ਬੰਦਾ ਜਦੋਂ ਵਪਾਰ ਕਰਦਾ ਹਰ ਬੰਦੇ ਦਾ ਯਤਨ ਹੁੰਦਾ ਹੈ ਵੀ ਮੈਂ ਅੱਗੇ ਵਧਾਂ, ਮੈਂ ਲਾਭ ਲਵਾਂ। ਭਾਈ ਬੁੱਧੂ ਜੀ ਨੇ ਬੜਾ ਵੱਡਾ ਆਵਾ ਲਾਇਆ ਜੀ ਇੱਕ ਜੀ, ਜਿਹਦੇ ਵਿੱਚ ਬਹੁਤ ਜ਼ਿਆਦਾ ਇੱਟਾਂ ਜਿਹੜੀਆਂ ਨੇ ਨਾ ਉਹ ਸਾਧ ਸੰਗਤ ਜੀ ਤਿਆਰ ਕਰਵਾ ਰਹੇ ਨੇ ਜੀ। ਪਹਿਲਾਂ ਉਹ ਮਿੱਟੀ ਨੂੰ ਚੀਕਣੀ ਕਰਕੇ ਫਿਰ ਸਾਧ ਸੰਗਤ ਜੀ ਉਹਨੂੰ ਸੰਚਿਆਂ 'ਚ ਪਾਇਆ, ਇੱਟਾਂ ਦੀ ਘਾੜਤ ਘੜੀ। ਫਿਰ ਜਾ ਕੇ ਜਦੋਂ ਆਵਾ ਪਕਾਉਣਾ ਸੀ ਨਾ, ਅੱਗ ਬਾਲਣੀ ਸੀ, ਭਾਈ ਬੁੱਧੂ ਜੀ ਨੇ ਸੋਚਿਆ ਵੀ ਮੈਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਆਵਾਂ। ਸਤਿਗੁਰੂ ਦੇ ਚਰਨਾਂ 'ਚ ਜਦੋਂ ਮੈਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂਗਾ ਮੇਰਾ ਕਾਰਜ ਰਾਸ ਹੋਏਗਾ। ਲਾਹੌਰ ਤੋਂ ਚੱਲ ਕੇ ਭਾਈ ਬੁੱਧੂ ਜੀ ਅੰਮ੍ਰਿਤਸਰ ਗੁਰੂ ਜੀ ਦੇ ਚਰਨਾਂ 'ਚ ਆਏ ਜੀ। ਬੜਾ ਸੋਹਣਾ ਦਰਬਾਰ ਸੱਜਿਆ। ਜਦੋਂ ਭਾਈ ਬੁੱਧੂ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚੇ ਨੇ ਤੇ ਤੁਸਾਂ ਨੇ ਸੁਣਿਆ ਭਾਈ ਬੁੱਧੂ ਜੀ ਉਹ ਬੈਠਿਆਂ ਬੈਠਿਆਂ ਅਰਦਾਸੀਏ ਨੂੰ ਆਖਿਆ ਮੇਰੀ ਅਰਦਾਸ ਮਹਾਰਾਜ ਦੇ ਚਰਨਾਂ 'ਚ ਕਰ। ਅਰਦਾਸੀਏ ਸਿੱਖ ਨੇ ਗੁਰੂ ਸਾਹਿਬ ਨੂੰ ਅਰਦਾਸ ਕੀਤੀ, ਮਹਾਰਾਜ ਇਹ ਸਿੱਖ ਲਾਹੌਰ ਤੋਂ ਆਇਆ, ਇਹਦਾ ਇੱਟਾਂ ਦਾ ਆਵਾ ਹੈ ਮਹਾਰਾਜ, ਇੱਟਾਂ ਪਕਾਉਣ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਆਇਆ ਹੈ, ਕਿਰਪਾ ਕਰੋ ਇਹਦਾ ਆਵਾ ਪੱਕਾ ਨਿਕਲੇ। ਗੁਰੂ ਸਾਹਿਬ ਜੀ ਨੇ ਭਾਈ ਬੁੱਧੂ ਜੀ ਨੂੰ ਬਚਨ ਕੀਤਾ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਬੁੱਧੂ ਸੰਗਤ ਦੀ ਸੇਵਾ ਕਰੀ, ਆਵਾ ਪੱਕਾ ਹੀ ਨਿਕਲੇਗਾ। ਕਹਿਣ ਲੱਗੇ ਭਾਈ ਬੁੱਧੂ ਜੀ ਨੇ ਸਤ ਬਚਨ ਕੀਤਾ। ਗਏ ਲਾਹੌਰ ਦੇ ਵਿੱਚ, ਜਾਂਦਿਆਂ ਹੀ ਬਾਲਣ ਪਾ ਦਿੱਤਾ। ਕੁਝ ਦਿਨ ਸੇਕ ਮਿਲਦਾ ਰਿਹਾ ਇੱਟਾਂ ਨੂੰ। 2 ਕੁ ਇੱਟਾਂ ਕੱਢ ਕੇ ਵੇਖੀਆਂ, ਇੱਟਾਂ ਪੱਕੀਆਂ ਸਨ ਜੀ। ਭਾਈ ਬੁੱਧੂ ਜੀ ਨੇ ਵਿਚਾਰ ਕੀਤੀ ਹੁਣ ਸੰਗਤ ਦੀ ਸੇਵਾ ਕਰ ਲਈਏ। ਭਾਈ ਬੁੱਧੂ ਜੀ ਨੇ ਇੱਕ ਦਿਨ ਨੀਅਤ ਕਰਕੇ ਲਾਹੌਰ ਦੀਆਂ ਸਾਰੀਆਂ ਸੰਗਤਾਂ ਨੂੰ ਆਪਣੇ ਘਰ 'ਚ ਬੁਲਾਇਆ ਜੀ। ਬੜੇ ਵੱਡੇ ਆਦਮੀ ਨੇ। ਜਦੋਂ ਭਾਈ ਬੁੱਧੂ ਜੀ ਦੇ ਘਰ ਵਿੱਚ ਲਾਹੌਰ ਦੀਆਂ ਸਾਰੀਆਂ ਹੀ ਸੰਗਤਾਂ ਆਈਆਂ ਨੇ ਨਾ, ਤੇ ਸਾਧ ਸੰਗਤ ਜੀ ਉੱਥੇ ਫਿਰ ਆਪ ਜੀ ਨੇ ਸੁਣਿਆ ਸਾਰੀਆਂ ਸੰਗਤਾਂ ਨੇ ਪਹਿਲਾਂ ਕੀਰਤਨ ਕੀਤਾ ਜੀ। ਕੀਰਤਨ ਤੋਂ ਬਾਅਦ ਉੱਥੇ ਫਿਰ ਅਰਦਾਸ ਬੇਨਤੀ ਹੋਈ। ਪਹਿਲਾਂ ਅਰਦਾਸ ਕੀਤੀ, ਫਿਰ ਪ੍ਰਸ਼ਾਦਾ ਛਕਾਇਆ ਜੀ। ਪ੍ਰਸ਼ਾਦਾ ਜਦੋਂ ਸਾਰੀ ਸੰਗਤ ਨੇ ਛਕ ਲਿਆ, ਅਰਦਾਸ ਹੋ ਰਹੀ ਹੈ, ਭਾਈ ਬੁੱਧੂ ਜੀ ਬਾਹਰ ਜੋੜਿਆਂ 'ਚ ਖਲੋਤੇ ਆ ਜੀ। ਪੁਰਾਣੇ ਸਿੱਖ ਇਸ ਤਰ੍ਹਾਂ ਕਰਦੇ ਹੁੰਦੇ ਸੀਗੇ, ਜਦੋਂ ਉਹਨਾਂ ਦੀ ਅਰਦਾਸ ਹੋਣੀ ਨਾ ਉਹਨਾਂ ਨੇ ਸੰਗਤ ਦੇ ਜੋੜਿਆਂ 'ਚ ਜਾ ਕੇ ਖਲੋ ਜਾਣਾ ਜੀ। ਭਾਈ ਬੁੱਧੂ ਜੀ ਬਾਹਰ ਜਾ ਕੇ ਖਲੋ ਗਏ। ਅੰਦਰੋਂ ਅਰਦਾਸੀਆ ਅਰਦਾਸ ਕਰ ਰਿਹਾ ਹੈ, ਬਾਹਰ ਇੱਕ ਦੀਵਾਨਾ ਮਸਤਾਨਾ ਜਿਹੜਾ ਆਮ ਜਿਹਾ ਬੰਦਾ ਹੈ ਜਿਹਦਾ ਨਾਮ ਭਾਈ ਲੱਖੂ ਜੀ ਹੈ, ਉਹ ਆਏ ਹੈ ਜੀ। ਵੇਖਣ ਵਿੱਚ ਭਾਈ ਲੱਖੂ ਆਮ ਹੈ, ਸਧਾਰਨ ਹੈ, ਪਰ ਭਾਈ ਲੱਖੂ ਜੀ ਗੁਰੂ ਸਾਹਿਬ ਦੇ ਨੇੜੇ ਨੇ ਜੀ। ਕਿਉਂ? ਕਿਉਂਕਿ ਭਾਈ ਲੱਖੂ ਜੀ ਦੀ ਬੰਦਗੀ ਜ਼ਿਆਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਇੱਥੇ ਕੱਪੜਿਆਂ ਦੀ ਗੱਲ ਨਹੀਂ ਹੈਗੀ, ਇੱਥੇ ਟੌਰ ਟਪੱਕੇ ਦੀ ਗੱਲ ਨਹੀਂ ਹੈਗੀ,
ਇੱਥੇ ਜਿਹਦੀ ਬੰਦਗੀ ਹੈ ਨਾ ਉਹ ਮਹਾਰਾਜ ਦੇ ਨੇੜੇ ਹੈ ਜੀ, ਜਿਹਦਾ ਪ੍ਰੇਮ ਹੈ ਉਹ ਨੇੜੇ ਹੈ। ਭਾਈ ਲੱਖੂ ਜੀ ਨੂੰ ਭੁੱਖ ਲੱਗੀ ਸੀ। ਭਾਈ ਲੱਖੂ ਜੀ ਕਹਿੰਦੇ ਪਿਆਰਿਆ ਮੈਨੂੰ ਵੀ ਪ੍ਰਸ਼ਾਦਾ ਛਕਾ। ਭਾਈ ਬੁੱਧੂ ਨੇ ਆਖਿਆ ਵੀ ਹੁਣ ਤੇ ਪ੍ਰਸ਼ਾਦਾ ਵਰਤ ਗਿਆ ਤੇ ਤੂੰ ਪਹਿਲਾਂ ਆ ਜਾਂਦਾ। ਤੇ ਭਾਈ ਲੱਖੂ ਕਹਿੰਦੇ ਹੁਣ ਛਕਾ ਦੇ। ਤੇ ਭਾਈ ਬੁੱਧੂ ਨੇ ਕਿਹਾ ਵੀ ਹੁਣ ਨਹੀਂ ਪ੍ਰਸ਼ਾਦਾ ਹੈਗਾ, ਹੁਣ ਨਹੀਂ ਮਿਲਣਾ, ਬੇਟੈਮਾ ਤੂੰ ਆਇਆ, ਇਹ ਕੋਈ ਸਮਾਂ ਹੈਗਾ ਕਹਿਣ ਲੱਗੇ। ਜਦੋਂ ਇਸ ਤਰ੍ਹਾਂ ਆਖਿਆ ਅੰਦਰ ਅਰਦਾਸੀਆ ਅਰਦਾਸ ਕਰ ਰਿਹਾ ਮਹਾਰਾਜ। ਬੁੱਧੂ ਨੇ ਸਾਰੀ ਸੰਗਤ ਨੂੰ ਪ੍ਰਸ਼ਾਦਾ ਛਕਾਇਆ। ਭਾਈ ਬੁੱਧੂ ਦਾ ਆਵਾ ਪੱਕਾ ਨਿਕਲੇ। ਤੇ ਜਦੋਂ ਭਾਈ ਲੱਖੂ ਜੀ ਨੇ ਗੱਲ ਸੁਣ ਲਈ ਨਾ, ਭਾਈ ਲੱਖੂ ਜੀ ਬਾਹਰ ਖਲੋਤੇ ਕਹਿਣ ਲੱਗੇ ਆਵਾ ਕੋਈ ਨਹੀਂ ਪੱਕਾ ਨਿਕਲਣਾ, ਕੱਚਾ ਹੀ ਨਿਕਲੇਗਾ ਕਹਿਣ ਲੱਗੇ। ਮੈਨੂੰ ਪ੍ਰਸ਼ਾਦਾ ਨਹੀਂ ਛਕਾਇਆ ਹੈ। ਤੇ ਭਾਈ ਬੁੱਧੂ ਨੇ ਅੱਗੋਂ ਪਤਾ ਕੀ ਆਖਿਆ, ਕਹਿਣ ਲੱਗੇ ਤੂੰ ਵੱਡਾ ਸਿੱਖ ਕਹਿਣ ਲੱਗੇ। ਇੱਥੇ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਆਵਾ ਪੱਕਾ ਨਿਕਲੇਗਾ, ਤੂੰ ਗੁਰੂ ਸਾਹਿਬ ਦਾ ਬਚਨ ਵੀ ਮੋੜ ਦੇਂਗਾ। ਇੱਕ ਤੇ ਕਹਿੰਦੇ ਬੇਵਕਤਾ ਆਇਆ, ਉੱਤੋਂ ਦਬਕੇ ਮਾਰਨ ਦਿਆ, ਚੱਲ ਜਾ ਚਲੇ ਜਾ ਇੱਥੋਂ। ਭਾਈ ਲੱਖੂ ਜੀ ਨੇ ਜਾਂਦਿਆਂ ਜਾਂਦਿਆਂ ਫਿਰ ਕਹਿ ਦਿੱਤਾ ਬੁੱਧੂ ਗੁਰੂ ਨੂੰ ਮਨਾਉਣਾ, ਸਿੱਖ ਨੂੰ ਧੱਕੇ ਮਾਰਦਾ, ਚੇਤਾ ਰੱਖ ਆਵਾ ਕੱਚਾ ਹੀ ਨਿਕਲੇਗਾ, ਆਵੇ ਨੇ ਨਹੀਂ ਪੱਕੇ ਨਿਕਲਣਾ। ਜਦੋਂ ਇਹ ਗੱਲ ਕੀਤੀ ਤੇ ਸਾਧ ਸੰਗਤ ਜੀ ਫਿਰ ਕੀ ਸੀਗਾ, ਭਾਈ ਲੱਖੂ ਜੀ ਮੁੜ ਬੁੱਧੂ ਨੂੰ ਨਹੀਂ ਲੱਭੇ ਜੀ, ਭਾਈ ਬੁੱਧੂ ਜੀ ਨੂੰ ਨਹੀਂ ਲੱਭੇ ਜੀ। ਚੇਤਾ ਰੱਖਿਓ। ਬਸ ਆਹ ਗੱਲ ਕਹਿ ਕੇ ਲੜੀਵਾਰ ਕਥਾ ਆਰੰਭ ਕਰਦੇ ਹਾਂ। ਕੋਈ ਪਤਾ ਨਹੀਂ ਹੈ ਕੌਣ ਮਹਾਰਾਜ ਦੇ ਨੇੜੇ ਹੈ ਜੀ, ਕੌਣ ਮਹਾਰਾਜ ਦੇ ਨੇੜੇ ਹੈ। ਇੱਥੇ ਕਿਉਂ ਸਰੀਰ ਤੇ ਸਾਰਿਆਂ ਦਾ ਇੱਕੋ ਜਿਹਾ ਹੈਗਾ ਜੀ, ਪਰ ਮਨੋ ਅਵਸਥਾ ਕਿਹਦੀ ਗੁਰੂ ਸਾਹਿਬ ਦੇ ਨਜ਼ਦੀਕ ਹੈਗੀ ਹੈ ਇਹ ਨਹੀਂ ਸਾਧ ਸੰਗਤ ਜੀ ਕਿਸੇ ਦਾ ਪਤਾ ਜੀ। ਬਹੁਤ ਵਾਰ ਵੇਖਿਆ ਸਾਧ ਸੰਗਤ ਜੀ ਜਿਹੜੇ ਆਮ ਜਿਹੇ ਬੰਦੇ ਹੁੰਦੇ ਆ ਉਹ ਕਿਤੇ ਅੱਗੇ ਹੁੰਦੇ ਆ ਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਰ ਬਰਦਾਰ ਸਿੰਘ ਨੇ ਬਚਨ ਸੁਣਾਇਆ, ਕਹਿਣ ਲੱਗੇ ਮੈਂ ਅੰਦਰੋਂ ਡਿਊਟੀ ਕਰਕੇ ਬਾਹਰ ਆ ਰਿਹਾ ਸਾਂ, ਉੱਥੇ ਹਰ ਰੋਜ਼ ਸਾਦੇ ਜਿਹੇ ਕੱਪੜਿਆਂ 'ਚ ਇੱਕ ਸੇਵਾਦਾਰ ਸੇਵਾ ਕਰਦਾ ਸੀ, ਪ੍ਰੇਮੀ ਸੀ। ਉਹ ਕਹਿਣ ਲੱਗਾ ਤੂੰ ਇੱਥੇ ਕੀ ਕਰਦਾ, ਤੇਰੇ ਘਰ ਚੋਰੀ ਹੋਣ ਲੱਗੀ ਹੈ, ਜਾ ਛੇਤੀ ਜਾ। ਕਹਿੰਦੇ ਮੈਂ ਛੇਤੀ ਗਿਆ ਤੇ ਜਦੋਂ ਨੂੰ ਮੈਂ ਗਿਆ ਨਾ ਤੇ ਦੋ ਬੰਦੇ ਜਿੰਦਰਾ ਤੋੜਨ ਦੇ ਸਨ, ਤੇ ਜਦੋਂ ਮੈਂ ਇੱਟ ਫੜ ਕੇ ਚਲਾਈ ਤੇ ਭੱਜ ਗਏ। ਉਹ ਕਹਿਣ ਲੱਗੇ, ਕਹਿਣ ਲੱਗਾ ਮੈਂ ਸੋਚਿਆ ਉਹ ਆਮ ਜਿਹਾ ਬੰਦਾ, ਉਹਨੂੰ ਕਿਵੇਂ ਪਤਾ ਜੀ। ਕਹਿੰਦੇ ਉਸ ਦਿਨ ਤੋਂ ਪਤਾ ਲੱਗਾ ਇੱਥੇ ਕੋਈ ਨਹੀਂ ਪਤਾ ਕੌਣ ਗੁਰੂ ਰਾਮਦਾਸ ਜੀ ਦੇ ਕਿੰਨਾ ਨੇੜੇ ਹੈਗਾ ਜੀ, ਕੋਈ ਨਹੀਂ ਪਤਾ। ਭਾਈ ਲੱਖੂ ਜੀ ਬਚਨ ਛੱਡ ਗਏ ਜੀ। ਹੁਣ ਇਹਦੇ ਤੋਂ ਅੱਗੇ ਬਚਨ ਕਥਾ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਜਿੰਨੇ ਬੈਠੇ ਹੋ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦਿਵਸ ਆਗਲੇ ਬੁੱਧੂ ਗਇਓ। ਉਹ ਹੁਣ ਭਾਈ ਲੱਖੂ ਜੀ ਤੇ ਬਚਨ ਕਰਕੇ ਚਲੇ ਗਏ। ਅਗਲੇ ਦਿਨ ਭਾਈ ਬੁੱਧੂ ਜੀ ਆਪਣਾ ਇੱਟਾਂ ਦਾ ਆਵਾ ਵੇਖਣ ਵਾਸਤੇ ਗਏ ਜੀ। ਹਾਂਜੀ। ਜਾਏ ਈਂਟਕਾ ਦੇਖਤ ਭਇਓ। ਆਵਾ ਖਲਾਇਆ, ਇੱਟਾਂ ਵੇਖੀਆਂ ਨਹੀਂ, ਮਨ ਚ ਪੂਰਾ ਭਰੋਸਾ। ਕਿਉਂ? ਜਦੋਂ ਸੰਗਤ ਨੂੰ ਪ੍ਰਸ਼ਾਦਾ ਛਕਾਇਆ ਤੇ ਪਹਿਲਾਂ ਦੋ ਇੱਟਾਂ ਚੈੱਕ ਕੀਤੀਆਂ ਸਨ, ਇੱਟਾਂ ਪੱਕੀਆਂ ਹੋਈਆਂ ਸਨ ਜੀ। ਹਾਂਜੀ। ਹੁਣ ਭਾਈ ਸਾਹਿਬ ਨੂੰ ਪੂਰਾ ਭਰੋਸਾ ਹੈ ਵੀ ਮੇਰਾ ਆਵਾ ਸਾਰਾ ਹੀ ਪੱਕਾ ਹੋਣਾ ਹੈ। ਭਾਈ ਬੁੱਧੂ ਜੀ ਨੇ ਇੱਟਾਂ ਦੇਖੀਆਂ। ਜਿਤਕ ਨਿਕਾਲੀ ਪੀਲੀ ਆਵਤ। ਗੱਜ ਕੇ ਆਖੋ ਵਾਹਿਗੁਰੂ। ਜਿੰਨੀਆਂ ਇੱਟਾਂ ਕੱਢਣ ਸਾਰੀਆਂ ਦੀਆਂ ਸਾਰੀਆਂ ਹੀ ਕੱਚੀਆਂ ਨਿਕਲੀਆਂ ਜੀ, ਸਾਰੀਆਂ। ਉਹ ਜਿਹੜੀਆਂ ਦੋ ਪੱਕੀਆਂ ਵੇਖ ਕੇ ਗਏ ਸੀ ਨਾ ਜੀ, ਉਹ ਵੀ ਕੱਚੀਆਂ ਹੋ ਗਈਆਂ ਜੀ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਉਹ ਵੀ ਕੱਚੀਆਂ ਹੋ ਗਈਆਂ ਜੀ। ਹਾਂਜੀ।
ਪਾਕੀ ਲਾਲ ਨਹੀਂ ਦ੍ਰਿਸ਼ਟਾਵਤ। ਕੋਈ ਵੀ ਇੱਟ ਜਿਹੜੀ ਹੈ ਉਹ ਪੱਕੀ ਨਹੀਂ ਸੀ, ਨਾ ਕਿਸੇ ਦਾ ਰੰਗ ਹੀ ਲਾਲ ਬਣਿਆ ਜੀ। ਹਾਂਜੀ, ਚਕਰਿਤ ਚਿਤ ਤੂਸ਼ਨ ਕਰ ਖਰਿਓ। ਬਸ ਫਿਰ ਕੀ ਸੀਗਾ ਜੀ, ਹਜ਼ਾਰਾਂ ਬੰਦਿਆਂ ਨੂੰ ਰੋਜ਼ ਦੀ ਦਿਹਾੜੀ ਦਿੰਦਾ ਸੀ ਭਾਈ ਬੁੱਧੂ ਜੀ। ਇੰਨਾ ਵੱਡਾ ਕਰਜ਼ਾ ਲਿਆ ਸੀਗਾ, ਉੱਥੇ ਸੋਨੀ ਹੋ ਗਿਆ ਜੀ ਭਾਈ ਬੁੱਧੂ। ਇਹ ਮੇਰੇ ਨਾਲ ਕੀ ਬਣ ਗਿਆ। ਹਾਂਜੀ, ਮੂਲ ਨਫਾ ਸਭ ਘਾਟਾ ਪਰਿਓ। ਮਨ 'ਚ ਸੋਚਿਆ ਕਰਜ਼ਾ ਲੈ ਕੇ ਫਿਰ ਜਾ ਕੇ ਆਵਾ ਲਾਇਆ ਵੀ ਮੇਰਾ ਲਾਭ ਹੋ ਜਾਣਾ, ਫਾਇਦਾ ਵੀ ਮਿਲਣਾ, ਮੂਲ ਵੀ ਤਾਰਿਆ ਜਾਣਾ, ਪਰ ਇੱਥੇ ਤੇ ਨਾ ਫਾਇਦਾ ਹੋਇਆ, ਮੂਲ ਵੀ ਬਰਬਾਦ ਹੋ ਗਿਆ ਜੀ ਸਾਰਾ ਜੀ। ਕਿਉਂ, ਉਹ ਮੋੜੋ ਗੱਲ ਨਹੀਂ ਬਣਦੀ ਜੀ। ਇੱਕ ਵਾਰੀ ਆਵਾ ਖੁੱਲ ਜੇ ਨਾ ਜੀ ਤੇ ਇੱਟਾਂ ਕੱਚੀਆਂ ਨਿਕਲਣ, ਮੁੜ ਕੋ ਪਕਾਉਣ ਵਾਸਤੇ ਫਿਰ ਨਹੀਂ ਉਹ ਗੱਲ ਬਣਦੀ ਜੀ। ਹਾਂਜੀ, ਬਰਿੰਦ ਰੁਪਈਆ ਲਾਗਤ ਭਈ। ਬੇਅੰਤੀ ਰੁਪਈਏ ਲਾਏ ਜੀ, ਬੜੀ ਜ਼ਿਆਦਾ ਮਾਇਆ ਲਾਈ ਸੀਗੀ ਭਾਈ ਬੁੱਧੂ ਜੀ ਨੇ ਜੀ। ਮਾਟੀ ਸੋ ਮਾਟੀ ਮਿਲ ਗਈ। ਭਾਈ ਬੁੱਧੂ ਉਸੇ ਵੇਲੇ ਸੁੰਨ ਹੋ ਗਏ, ਮਨ 'ਚ ਸੋਚਣ ਲੱਗੇ ਇੰਨੀ ਮਾਇਆ ਮਿੱਟੀ ਦੀ ਮਿੱਟੀ ਹੋ ਗਈ ਜੀ, ਜਿਹਨੂੰ ਆਪਾਂ ਕਹਿੰਦੇ ਸਭ ਪੈਸੇ ਮਿੱਟੀ ਹੋ ਗਏ ਜੀ। ਇੱਕਦਮ ਹੈਰਾਨ ਹੋ ਗਏ, ਲੱਤਾਂ ਕੰਬਣ ਲੱਗ ਪਈਆਂ, ਬੁਰੇ ਹਾਲ ਹੋ ਗਏ ਜੀ ਉਸੇ ਵੇਲੇ। ਹਾਂਜੀ, ਬਹੁਤ ਬਸੂਰਤ ਰਿਣ ਤੇ ਤਰਾਸਾ। ਹੁਣ ਉਹ ਸਰੀਰ ਕਮਜ਼ੋਰ ਪੈ ਗਿਆ ਜੀ, ਸੋਚ ਸੋਚ ਕੇ ਕਰਜ਼ਾ ਸਿਰ ਤੇ ਚੜ ਗਿਆ ਜੀ, ਬਹੁਤ ਜ਼ਿਆਦਾ ਜੀ। ਹਾਂਜੀ, ਜਦੋਂ ਬੰਦੇ ਦੀਆਂ ਸੋਚਾਂ ਤੇ ਪਾਣੀ ਫਿਰ ਜੇ ਨਾ ਜੀ, ਉਹਨੂੰ ਪੁੱਛ ਕੇ ਵੇਖੋ ਉਹਦਾ ਕੀ ਬਣਦਾ ਜੀ। ਹਾਂਜੀ, ਕਿਆ ਕਰ ਹੋ ਮੈਂ ਗਰ ਮਹਿ ਫਾਸਾ। ਇੱਥੋਂ ਤੱਕ ਭਾਈ ਬੁੱਧੂ ਨੇ ਸੋਚ ਲਿਆ ਵੀ ਗਲ 'ਚ ਫਾਈ ਲੈ ਲਵਾਂ ਤੇ ਮਰ ਜਾਵਾਂ ਮੈਂ। ਕੱਜ ਕੇ ਆਖੋ ਵਾਹਿਗੁਰੂ। ਇਹ ਹੈ ਮੂਰਖਤਾ ਹੀ ਹੈ, ਪਰ ਕਰਜ਼ੇ ਦੇ ਵਿੱਚ ਆਇਆ ਬੰਦਾ ਕਈ ਕੁਝ ਕਰਦਾ। ਕਿ ਸਰਕਾਰ ਮਾੜਾ ਕਰ ਰਹੀ ਹੈ, ਵੇਖੋ ਕਿਸਾਨ ਅੱਜ ਤੋਂ ਕਈ ਸਾਲ ਪਹਿਲਾਂ ਦੇ ਫਾਈ ਲੈ ਲੈ ਕੇ ਤੇ ਮਰ ਰਹੇ ਨੇ ਜੀ, ਕਰਜ਼ੇ ਹੇਠਾਂ ਨੱਪੇ ਗਏ ਜੀ। ਹਾਂਜੀ, ਅੱਗੇ ਹੀ ਮਾੜਾ ਹਾਲ ਹੈ, ਉੱਤੋਂ 3 ਕਾਨੂੰਨ ਉਹੋ ਜਿਹੇ ਲਾਗੂ ਕਰ ਦਿੱਤੇ ਜੀ। ਕੀ ਬੰਦਾ ਕਰੇ ਜੀ। ਭਾਈ ਬੁੱਧੂ ਜੀ ਮਨ 'ਚ ਸੋਚਣ ਵੀ ਇਹ ਤੇ ਗਲ 'ਚ ਫਾਈ ਪੈ ਗਈ ਮੇਰੇ। ਹਾਂਜੀ, ਕਰੀ ਧੀਰ ਗੁਰ ਬਚਨ ਵਿਚਾਰਾ। ਬਹੁਤ ਜ਼ਿਆਦਾ ਪਰੇਸ਼ਾਨ ਹੋਏ, ਬੈਰਾਗ ਵੀ ਕੀਤਾ। ਜਿਵੇਂ ਇੱਕਦਮ ਬੰਦਾ ਅਰਸ਼ ਤੋਂ ਫਰਸ਼ ਤੇ ਨਹੀਂ ਆ ਜਾਂਦਾ ਜੀ, ਉਹ ਹਾਲ ਹੋ ਗਿਆ ਜੀ। ਇੰਨਾ ਕਰਜ਼ਾ ਲਾਵਾਂਗਾ ਕਿਵੇਂ। ਫਿਰ ਜਾ ਕੇ ਭਾਈ ਬੁੱਧੂ ਨੂੰ ਮਹਾਰਾਜ ਦਾ ਚੇਤਾ ਆਇਆ ਜੀ। ਅੱਜ ਕੇ ਆਖੋ ਵਾਹਿਗੁਰੂ। ਕੋਈ ਗੱਲ ਨਹੀਂ, ਮੈਂ ਇੱਕ ਵਾਰੀ ਗੁਰੂ ਸਾਹਿਬ ਕੋ ਜਾਵਾਂ। ਗੁਰੂ ਸਾਹਿਬ ਨੇ ਬਚਨ ਕੀਤਾ ਸੀ ਆਵਾ ਪੱਕਾ ਨਿਕਲੇਗਾ, ਸਾਰੇ ਦਾ ਸਾਰਾ ਹੀ ਕੱਚਾ ਨਿਕਲ ਗਿਆ। ਹਾਂਜੀ, ਤਬ ਲਵਪੁਰ ਤੇ ਤੁਰਤ ਪਧਾਰਾ। ਬਸ ਉਸੇ ਵੇਲੇ ਭਾਈ ਬੁੱਧੂ ਜੀ ਲਾਹੌਰ ਤੋਂ ਅੰਮ੍ਰਿਤਸਰ ਨੂੰ ਤੁਰ ਪਏ। ਆਏ ਸੁਦਾਸਰ ਬੰਧਨ ਠਾਨੀ। ਆਏ ਹੈ ਮਹਾਰਾਜ ਗਰੀਬ ਨਵਾਜ ਜੀ ਦੀ ਪੁਰੀ ਨੂੰ ਮੱਥਾ ਟੇਕਿਆ ਆ ਕੇ ਜੀ। ਹਾਂਜੀ, ਬਹੁਰ ਬਾਰਤਾ ਆਪਨ ਬਖਾਨੀ। ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਅਰਜਨ ਸਾਹਿਬ ਬੈਠੇ ਆ। ਭਾਈ ਬੁੱਧੂ ਜੀ ਦਾ ਅੱਜ ਚਿਹਰਾ ਹੋਰ ਹੈ ਜੀ। ਕਿਉਂ ਹੋਰ ਹੈ, ਘਾਟਾ ਪੈ ਗਿਆ, ਨੁਕਸਾਨ ਹੋ ਗਿਆ ਜੀ, ਚਿਹਰਾ ਮੁਰਝਾਇਆ ਪਿਆ। ਭਾਈ ਬੁੱਧੂ ਜੀ ਨੇ ਆ ਕੇ ਮੱਥਾ ਟੇਕਿਆ ਮਹਾਰਾਜ ਨੂੰ ਜੀ। ਮੱਥਾ ਟੇਕ ਕੇ ਆਪਣੀ ਗੱਲ ਆਪੇ ਹੀ ਕਹਿਣੀ ਸ਼ੁਰੂ ਕਰ ਦਿੱਤੀ ਜੀ। ਹਾਂਜੀ, ਰਾਵਰ ਬਾਕ ਭਰੋਸਾ ਧਾਰ। ਹੇ ਸੱਚੇ ਪਾਤਸ਼ਾਹ, ਮੈਂ ਤੇ ਤੁਹਾਡੇ ਬਚਨਾਂ ਤੇ ਭਰੋਸਾ ਧਾਰਿਆ। ਵੇਖੋ ਪਹਿਲਾਂ ਬੰਦਾ ਇਹੋ ਗੱਲ ਹੀ ਕਹਿੰਦਾ ਜੇ, ਆਪਣੀ ਗਲਤੀ ਤੇ ਬੰਦਾ ਬਾਅਦ ਚ ਦੱਸਦਾ ਹੈ। ਪਹਿਲਾਂ ਗੁਰੂ ਸਾਹਿਬ ਨੂੰ ਕਹਿੰਦਾ ਵੀ ਤੁਸੀਂ ਬਚਨ ਕੀਤਾ ਸੀਗਾ। ਕਹਿੰਦਾ ਮਹਾਰਾਜ ਮੈਂ ਤੁਹਾਡੇ ਬਚਨਾਂ ਤੇ ਭਰੋਸਾ ਕੀਤਾ ਸੀ। ਗੁਰ ਸੰਗਤ ਕੋ ਦਇਓ ਆਹਾਰ। ਸੰਗਤ ਨੂੰ ਭੋਜਨ ਵੀ ਛਕਾਇਆ ਮਹਾਰਾਜ, ਲੰਗਰ ਵੀ ਲਾਇਆ। ਤੁਹਾਡਾ ਤੁਸੀਂ ਬਚਨ ਕੀਤਾ ਆਵਾ ਪੱਕਾ ਨਿਕਲੇਗਾ, 2 ਇੱਟਾਂ ਪੱਕੀਆਂ ਵੀ ਨਿਕਲੀਆਂ, ਸੰਗਤ ਨੂੰ ਭੋਜਨ ਵੀ ਛਕਾਇਆ। ਹਾਂਜੀ, ਤਉ ਪਚਾਵਾ ਕਾਚਾ ਰਹਿਓ। ਪਰ ਫਿਰ ਪਤਾ ਨਹੀਂ ਕੀ ਗੱਲ ਹੋ ਗਈ, ਭੋਜਨ ਛਕਾਉਣ ਤੋਂ ਬਾਅਦ ਆਵਾ ਕੱਚਾ ਹੋ ਗਿਆ ਸਾਰਾ। ਮਹਾਰਾਜ ਆਵਾ ਤੇ ਪੱਕਾ ਹੀ ਨਹੀਂ, ਕੋਈ ਇੱਟ ਵੀ ਨਹੀਂ ਪੱਕੀ, ਜਿਹੜੀਆਂ 2 ਪੱਕੀਆਂ ਉਹ ਵੀ ਕੱਚੀਆਂ ਹੋ ਗਈਆਂ ਨੇ। ਹਾਂਜੀ, ਮੂਲ ਨਫਾ ਕੁਛ ਹੱਥ ਨਾ ਲਹਿਓ। ਮਹਾਰਾਜ ਨਫੇ ਦੀ ਤੇ ਗੱਲ ਛੱਡੋ, ਮੂਲ ਵੀ ਨਹੀਂ ਮਿਲਿਆ।
ਲਾਭ ਦੀ ਤੇ ਗੱਲ ਛੱਡ ਦਈਏ। ਹਾਂਜੀ, ਨਹਿ ਅਲੰਬ ਤੁਮਰੇ ਬਿਨ ਮੇਰਾ। ਹੇ ਸੱਚੇ ਪਾਤਸ਼ਾਹ, ਹੁਣ ਮੇਰਾ ਤੁਹਾਡੇ ਤੋਂ ਬਗੈਰ ਹੋਰ ਨਹੀਂ ਕੋਈ ਹੈਗਾ ਜੀ। ਦੁੱਖ ਚ ਇੰਝ ਹੀ ਕਰਦਾ ਬੰਦਾ ਆ ਕੇ ਜੀ। ਹਾਂਜੀ, ਮਰੋਂ ਦੇਤ ਮੈਂ ਕਰਜ ਕਨੇਰਾ। ਇੰਨਾ ਜ਼ਿਆਦਾ ਕਰਜ਼ਾ ਮੇਰੇ ਸਿਰ ਤੇ, ਮੈਂ ਕਰਜ਼ਾ ਲਾਉਂਦਾ ਲਾਉਂਦਾ ਮਰ ਵੀ ਜਾਵਾਂਗਾ ਤੇ ਕਰਜ਼ਾ ਨਹੀਂ ਉਤਰਨਾ ਜੀ। ਕੱਢ ਕੇ ਆਖੋ ਵਾਹਿਗੁਰੂ। ਵੇਖੋ, ਜਿਹੜਾ ਵਿਆਜ ਲੈਣਾ, ਕਰਜ਼ਾ ਲੈਣਾ, ਸੰਗਤ ਜੀ ਕਈ ਤੇ ਨੇਕ ਨੇ ਨਾ, ਉਹ ਥੋੜਾ ਕਰਜ਼ਾ ਰੱਖਦੇ ਆ, ਵਿਆਜ ਰੱਖਦੇ ਆ। ਕਈ ਫਿਰ ਜਦੋਂ 10-10% ਰੱਖਦੇ ਨਾ ਜੀ, ਤੇ ਸਾਰੀ ਉਮਰ ਬੰਦੇ ਦਾ ਲੱਕ ਟੁੱਟ ਜਾਂਦਾ ਤੇ ਬੰਦਾ ਦੇ ਨਹੀਂ ਸਕਦਾ ਜੀ, ਦੇ ਨਹੀਂ ਸਕਦਾ ਜੀ ਵਾਪਸ। ਉਹ ਹੁਣ ਕਹਿਣ ਲੱਗੇ, ਮਹਾਰਾਜ ਮੈਂ ਤੇ ਕਰਜ਼ਾ ਲਾਉਂਦਾ ਲਾਉਂਦਾ ਮਰ ਗਿਆ, ਤਾਂ ਵੀ ਕਰਜ਼ਾ ਨਹੀਂ ਲੱਥਣਾ। ਹਾਂਜੀ, ਸਤਿਗੁਰ ਕਹਿਓ ਜੋ ਸੰਗਤ ਭੋਜਨ। ਹਾਂਜੀ, ਬਿਰਥਾ ਗਇਓ ਤਹਾਂ ਤੇ ਕੋ ਜਨ। ਗੱਜ ਕੇ ਆਖੋ ਵਾਹਿਗੁਰੂ। ਹੁਣ ਬੰਦਾ ਆਪੇ ਨਹੀਂ ਤੇ ਆਪਣੀ ਕਸੂਰ ਦੱਸਦਾ ਜੀ। ਆਪੇ ਆਪਣਾ ਕਸੂਰ ਦੱਸਣ ਵਾਲਾ ਤੇ ਕੋਈ ਵਿਰਲਾ ਹੀ ਹੁੰਦਾ ਜੀ, ਜਿਹੜਾ ਆਪੇ ਹੀ ਆਪਣੀ ਗਲਤੀ ਦੱਸ ਦੇ। ਮਹਾਰਾਜ ਗੁਰੂ ਅਰਜਨ ਸਾਹਿਬ 2 ਮਿੰਟ ਸ਼ਾਂਤ ਰਹੇ। ਫਿਰ ਮਹਾਰਾਜ ਕਹਿੰਦੇ, ਬੁੱਧੂ ਸੱਚ ਸੱਚ ਦਸੀ, ਜਦੋਂ ਲੰਗਰ ਲਾਇਆ ਸੀ ਕੋਈ ਭੁੱਖਾ ਤਾਂ ਨਹੀਂ ਸੀ ਗਿਆ ਘਰੋਂ? ਹਾਂਜੀ, ਭਇਓ ਦੋਸ਼ ਕਛ ਲਿਹੋ ਵਿਚਾਰੀ। ਵਿਚਾਰ ਕਰ ਲੈ, ਚੇਤੇ ਕਰ ਲੈ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ। ਹਾਂਜੀ, ਸੁਨ ਬੁੱਧੂ ਕਰ ਜੋਰ ਉਚਾਰੀ। ਤੇ ਭਾਈ ਬੁੱਧੂ ਜੀ ਨੂੰ ਵਿਚਲੀ ਗੱਲ ਦਾ ਤੇ ਪਤਾ ਹੀ ਸੀ, ਦੱਸਣ ਹੀ ਨਹੀਂ ਦਏ ਜੀ, ਲੁਕਾ ਕੇ ਰੱਖਦਾ ਬੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਭਾਈ ਬੁੱਧੂ ਜੀ ਨੇ ਫਿਰ ਹੱਥ ਜੋੜ ਕੇ ਤੇ ਆਪਣੀ ਗਲਤੀ ਮੰਨੀ ਜੀ ਫਿਰ ਜੀ। ਹਾਂਜੀ, ਸਭ ਪ੍ਰਸੰਨ ਹੋਏ ਜਬ ਖਾਏ। ਸੱਚੇ ਪਾਤਸ਼ਾਹ ਬੜਾ ਕੁਝ ਮੈਂ ਬਣਾਇਆ ਸੀਗਾ, ਬਹੁਤ ਕੁਝ ਬਣਾਇਆ ਸੀ, ਜਦੋਂ ਸਾਰੀ ਸੰਗਤ ਨੇ ਰੱਜ ਕੇ ਛਕ ਲਿਆ। ਹਾਂਜੀ, ਏਕ ਸਿੱਖ ਤਬ ਜਾਚਿਓ ਆਏ। ਇੱਕ ਗਰੀਬ ਜਿਹਾ ਸਿੱਖ ਆਇਆ ਸੀ ਮਹਾਰਾਜ, ਉਹਨੇ ਵੀ ਮੰਗਿਆ ਸੀਗਾ ਮੇਰੇ ਕੋਲੋਂ। ਹਾਂਜੀ, ਤਿਸ ਕੋ ਨਹਿ ਆਹਾਰ ਮੈਂ ਦੀਨਾ। ਤੇ ਮਹਾਰਾਜ ਮੈਂ ਉਹਨੂੰ ਨਹੀਂ ਪ੍ਰਸ਼ਾਦਾ ਛਕਾਇਆ ਜੀ। ਹਾਂਜੀ, ਕਾਚੋ ਰਹਿ ਤਾਹੇ ਬਚ ਕੀਨਾ। ਉਹਨੇ ਬਚਨ ਕੀਤਾ ਸੀ ਵੀ ਕੋਈ ਨਹੀਂ, ਜੇ ਮੈਨੂੰ ਪ੍ਰਸ਼ਾਦਾ ਨਹੀਂ ਨਾ ਛਕਾਇਆ, ਆਵਾ ਕੱਚਾ ਹੀ ਨਿਕਲੇਗਾ। ਹੁਣ ਵੇਖ ਲਓ, ਇੱਕ ਬੰਨੇ ਸਾਰੀ ਸੰਗਤ ਨੇ ਅਰਦਾਸ ਕੀਤੀ ਹੈ, ਇੱਕ ਬੰਨੇ ਉਸ ਸਿੱਖ ਨੇ ਇਕੱਲੇ ਨੇ ਬਚਨ ਕਰ ਦਿੱਤਾ ਜੀ। ਹਾਂਜੀ, ਮੈਂ ਭਾਖਿਓ ਐਸੋ ਨਹਿ ਕੋਏ। ਤੇ ਮਹਾਰਾਜ ਮੈਂ ਉਸ ਸਿੱਖ ਨੂੰ ਆਖਿਆ ਵੀ ਤੇਰੀ ਗੱਲ ਸੱਚੀ ਨਹੀਂ ਹੋਣੀ। ਹਾਂਜੀ, ਸਤਿਗੁਰ ਬਾਕ ਮਿਟਾਵੈ ਜੋਏ। ਕਿਉਂ? ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ, ਸਤਿਗੁਰੂ ਜੀ ਦਾ ਬਚਨ ਮਿਟ ਨਹੀਂ ਸਕਦਾ। ਹਾਂਜੀ, ਤੁਮਰੋ ਵਾਕ ਨਿਫਲ ਕਰ ਦਿਓ। ਹਾਂਜੀ, ਤਿਸ ਕੋ ਕਹਿਓ ਸਾਚ ਸਭ ਭਇਓ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਪਤਾ ਨਹੀਂ ਉਹ ਕੌਣ ਸੀਗਾ, ਉਹਨੇ ਜਿਹੜੀ ਗੱਲ ਕੀਤੀ ਨਾ, ਆਵਾ ਕੱਚਾ ਨਿਕਲੇਗਾ, ਮਹਾਰਾਜ ਉਹਨੇ ਤੇ ਤੁਹਾਡਾ ਬਚਨ ਵੀ ਅਸਫਲ ਕਰ ਦਿੱਤਾ ਜੀ। ਸੱਚੇ ਪਾਤਸ਼ਾਹ ਆਪ ਜੀ ਦਾ ਜਿਹੜਾ ਬਚਨ ਸੀਗਾ, ਆਵਾ ਪੱਕਾ ਨਿਕਲੇਗਾ, ਉਹ ਵੀ ਮਹਾਰਾਜ ਬਚਨ ਜਾਂਦਾ ਰਿਹਾ। ਹਾਂਜੀ, ਇੱਕ ਹੋਈ ਮੁਝ ਤੇ ਯਹ ਭੂਲ। ਹਾਂ ਮਹਾਰਾਜ, ਆ ਮੇਰੇ ਕੋਲੋਂ ਭੁੱਲ ਹੋਈ ਹੈ। ਵੇਖ ਲੋ, ਬੰਦਾ ਆਪ ਨਹੀਂ ਆਪਣੀ ਭੁੱਲ ਦੱਸਦਾ ਜੀ। ਹਾਂਜੀ, ਜਿਸ ਤੇ ਵਾਕ ਕਹਿਓ ਪ੍ਰਤਕੂਲ। ਬਸ ਆ ਮਹਾਰਾਜ ਉਲਟ ਬੋਲ ਉਹਨੇ ਕਹਿ ਦਿੱਤੇ, ਇਹ ਮੇਰੇ ਕੋਲੋਂ ਭੁੱਲ ਹੋਈ ਹੈ। ਹਾਂਜੀ, ਜੇ ਆਵਤ ਸੋ ਸਭ ਕੇ ਸਾਥ। ਪਰ ਬੰਦਾ ਆਪ ਸੱਚਾ ਸਾਬਤ ਹੋਣਾ ਨਹੀਂ ਨਾ ਬੰਦਾ ਪਾਸਾ ਛੱਡਦਾ। ਗਲਤੀ ਹੋ ਜੇ ਨਾ, ਕਈ ਬੰਦਿਆਂ ਦਾ ਸੁਭਾਅ ਹੁੰਦਾ, ਉਹ ਫਿਰ ਵੀ ਗਲਤੀ ਦੱਸ ਕੇ ਵੀ ਆਪਣੇ ਆਪ ਨੂੰ ਸਹੀ ਠਹਿਰਾਉਣਗੇ ਜੀ। ਕਹਿਣ ਲੱਗੇ ਸੱਚੇ ਪਾਤਸ਼ਾਹ, ਜੇ ਉਹ ਕਿਤੇ ਪਹਿਲਾਂ ਹੁੰਦਾ ਤੇ ਮੈਂ ਜ਼ਰੂਰ ਪ੍ਰਸ਼ਾਦਾ ਛਕਾਉਂਦਾ ਉਹਨੂੰ। ਹਾਂਜੀ, ਦੇਤ ਆਹਾਰ ਤ੍ਰਿਪਤ ਹੈ ਨਾਥ। ਮਹਾਰਾਜ ਮੈਂ ਉਹਨੂੰ ਜ਼ਰੂਰ ਪ੍ਰਸ਼ਾਦਾ ਛਕਾ ਕੇ ਰਜਾਉਂਦਾ, ਉਹ ਆਇਆ ਹੀ ਸਮੇਂ ਤੋਂ ਬਾਅਦ ਮਹਾਰਾਜ। ਤੇ ਚੇਤਾ ਰੱਖਿਓ, ਸਮੇਂ ਖੁੰਝੇ ਤੇ ਜੇ ਤੁਹਾਡੇ ਘਰ ਕੋਈ ਪ੍ਰਸ਼ਾਦਾ ਛਕਣ ਆ ਜੇ, ਉਹਨੂੰ ਪ੍ਰਸ਼ਾਦਾ ਛਕਾਉਣ ਦਾ ਹੋਰ ਵੱਡਾ ਲਾਭ ਹੈਗਾ ਹੈ ਜੀ। ਸਮਾਂ ਨਹੀਂ ਹੈਗਾ ਪ੍ਰਸ਼ਾਦੇ ਦਾ ਜੀ। ਹਾਂਜੀ, ਮੰਨ ਲਓ ਸ਼ਾਮਾਂ ਦੇ 4 ਵੱਜ ਗਏ ਜੀ, ਤੇ ਕੋਈ ਆ ਗਿਆ,
ਉਸੇ ਵੇਲੇ ਉਹਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਉਣ 'ਚ ਜ਼ਿਆਦਾ ਲਾਭ ਹੈਗਾ ਜੀ। ਹਾਂਜੀ, ਕਿਉਂ? ਉਹ ਖੇਚਲ ਜ਼ਿਆਦੀ ਹੋਣੀ ਜੀ, ਉਦੋਂ ਖੇਚਲ ਜ਼ਿਆਦੀ ਹੋਣੀ। ਪਹਿਲਾਂ ਕੀ ਹੈ, 2 ਵਜੇ ਤਾਂ ਸਭਨਾਂ ਦੇ ਘਰ ਪ੍ਰਸ਼ਾਦਾ ਪਕਣ ਦਿਆ ਹੁੰਦਾ, ਕੋਈ ਆ ਜਾਏ ਉਹਨੂੰ ਛਕਾਤਾ। ਹਾਂਜੀ, ਉਹਦੇ 'ਚ ਕੀ ਆ ਜੀ? ਪਰ ਜਦੋਂ ਕੋਈ ਬੇਟਾਈਮਾ ਆਇਆ, ਉਹਨੂੰ ਚੇਚਾ ਪ੍ਰਸ਼ਾਦਾ ਛਕਾਉਣਾ ਹੈ, ਉਦੋਂ ਖੇਚਲ ਜ਼ਿਆਦਾ ਹੋਣੀ ਹੈ। ਉਹ ਖੇਚਲ ਨੇ ਤੁਹਾਡਾ ਭਲਾ ਕਰਨਾ ਜੀ, ਉਸ ਖੇਚਲ ਨੇ ਭਲਾ ਕਰਨਾ। ਧਰਮ ਦੇ ਰਸਤੇ ਤੇ ਜਿੰਨੀ ਸਰੀਰ ਨੂੰ ਖੇਚਲ ਹੋਏਗੀ ਓਨਾ ਭਲਾ ਹੋਏਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਮਨ ਸਾਵਧਾਨ ਰਹਿੰਦਾ ਜੀ। ਹਾਂਜੀ, ਤੇ ਭਾਈ ਬੁੱਧੂ ਜੀ ਫੇਰ ਗੱਲ ਉੱਥੇ ਹੀ ਲੈ ਕੇ ਆਉਂਦੇ, ਕਹਿੰਦੇ ਮਹਾਰਾਜ ਜੇ ਉਹ ਸਮੇਂ ਸਿਰ ਆਉਂਦਾ ਤਾਂ ਉਹਨੂੰ ਮੈਂ ਜ਼ਰੂਰ ਪ੍ਰਸ਼ਾਦਾ ਛਕਾਉਂਦਾ। ਹਾਂਜੀ, ਦੇਤ ਸ਼ਰਾਪ ਤਤ ਸਿਨ ਉੱਠ ਗਇਓ। ਤੇ ਮਹਾਰਾਜ ਬਚਨ ਕਰਕੇ ਉਹ ਵੀ ਚਲੇ ਗਿਆ, ਮੁੜ ਲੱਭਿਆ ਹੀ ਨਹੀਂ ਮਹਾਰਾਜ। ਹਾਂਜੀ, ਪੁਨ ਖੋਜਿਓ ਸੋ ਮਿਲਤ ਨਾ ਭਇਓ। ਮੈਂ ਲੱਭਿਆ ਵੀ, ਫਿਰ ਮਹਾਰਾਜ ਲੱਭਿਆ ਨਹੀਂ। ਸੰਗਤ ਦੀ ਇਹ ਮੌਕੇ ਹੀ ਹੁੰਦੇ ਆ। ਮੈਨੂੰ ਇੱਕ ਗੁਰਮੁਖ ਨੇ ਆਪਣੀ ਜ਼ਿੰਦਗੀ ਦਾ ਬਚਨ ਸੁਣਾਇਆ, ਉਹ ਕੀਰਤਨੀਏ ਸਨ, ਮੈਂ ਨਾਮ ਚਲੋ ਕੀ ਲੈਣਾ। ਉਹ ਕਹਿਣ ਲੱਗੇ ਅਸੀਂ ਸਾਈਕਲ ਤੇ ਜਾਂਦੇ ਸਾਂ, ਸਾਈਕਲ ਤੇ ਜਾਂਦੇ ਸਾਂ ਤੇ ਘਰ ਵਾਲਿਆਂ ਨੇ ਸਾਨੂੰ ਜਲੇਬੀਆਂ ਲਿਫਾਫੇ 'ਚ ਪਾ ਕੇ ਦਿੱਤੀਆਂ ਤੇ ਅਸੀਂ ਵਾਜੇ ਪਿੱਛੇ ਰੱਖੇ ਸਨ। ਇੱਕ ਬੰਦਾ ਆਇਆ ਫਕੀਰ ਮਸਤਾਨਾ, ਕਹਿਣ ਲੱਗਾ ਓ ਜੋ ਤੇਰੇ ਕੋਲ ਹੈਗਾ ਲਿਆ ਦੇ। ਕਹਿੰਦੇ 50 ਰੁਪਏ ਮਿਲੇ ਸੀਗੇ ਤੇ ਜਲੇਬੀਆਂ ਸਨ। ਉਹਨੇ ਕਿਹਾ ਜੋ ਤੇਰੇ ਕੋਲ ਹੈ ਉਹ ਦੇ ਦੇ। ਕਹਿੰਦੇ ਮੈਂ 50 ਰੁਪਏ ਵੀ ਦੇ ਤੇ ਜਲੇਬੀਆਂ ਵੀ ਦੇ ਦਿੱਤੀਆਂ। ਕਹਿੰਦਾ ਹੁਣ ਜਾ। ਕਹਿੰਦੇ ਮੈਂ ਤੁਰ ਪਿਆ ਤੇ ਫਿਰ ਮੈਂ ਮਨ 'ਚ ਸੋਚਿਆ ਕਰੀ ਵੇਖ ਲਈਏ ਉਹਨੂੰ। ਕਹਿੰਦੇ ਜਦੋਂ ਪਰਤ ਕੇ ਵੇਖਿਆ ਕੱਖ ਵੀ ਨਹੀਂ ਸੀ ਉੱਥੇ ਜੀ। ਉਸ ਦਿਨ ਤੋਂ ਬਾਅਦ ਕਹਿੰਦੇ ਮੇਰੀ ਚੜ੍ਹਦੀ ਕਲਾਈ ਹੋਈ ਹੈ। ਗੱਜ ਕੇ ਆਖੋ ਵਾਹਿਗੁਰੂ। ਚੜ੍ਹਦੀ ਕਲਾਈ ਹੋਈ, ਕਹਿਣ ਲੱਗੇ ਚੜ੍ਹਦੀ ਕਲਾਈ ਹੋਈ ਹੈ। ਬੜਾ ਸਥਾਨ ਹੈ ਉਹਨਾਂ ਦਾ, ਬੜਾ ਨਾਮ ਹੈ ਜੀ ਉਹਨਾਂ ਦਾ। ਮੌਕਾ ਹੀ ਹੁੰਦਾ ਜੀ। ਭਾਈ ਬੁੱਧੂ ਜੀ ਕਹਿੰਦੇ ਮਹਾਰਾਜ ਉਸ ਦਿਨ ਤੋਂ ਬਾਅਦ ਉਹ ਸਿੱਖ ਲੱਭਿਆ ਵੀ ਨਹੀਂ। ਹਾਂਜੀ, ਸੁਨ ਸਤਿਗੁਰ ਨੇ ਤੂਸ਼ਨ ਠਾਨੀ। ਹਾਂਜੀ, ਬੁੱਧੂ ਕੇ ਚਿਤ ਚਿੰਤ ਮਹਾਨੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਚੁੱਪ ਹੋ ਗਏ ਜੀ। ਬੁੱਧੂ ਬੜੀ ਚਿੰਤਾ 'ਚ ਹੈ ਜੀ, ਕਰੇ ਕੀ ਹੁਣ ਜੀ, ਕਰਜ਼ਾ ਸਿਰ ਤੇ ਚੜ ਗਿਆ ਜੀ। ਹਾਂਜੀ, ਨੀਚੀ ਗਰੀਬ ਬਸੂਰਤ ਭਾਰੀ। ਕਹਤੇ ਦੇਉ ਦਰਬ ਬਿਵਹਾਰੀ। ਧੌਣ ਨੀਵੀਂ ਕੀਤੀ ਦੁੱਖ ਬੜਾ, ਤੇ ਇਹੋ ਹੀ ਗੱਲਾਂ ਬਾਰ-ਬਾਰ ਸੋਚੀ ਜਾਂਦੇ ਆ, ਮੈਂ ਇੰਨੀ ਮਾਇਆ ਵਾਪਸ ਕਿਵੇਂ ਕਰਾਂਗਾ। ਹਾਂਜੀ, ਭਇਓ ਧੀਰਜ ਪੀਰ ਕਨੇਰੀ। ਕਹਾਂ ਹੋਏ ਹੈ ਗਤ ਅਬ ਇੰਨਾ ਮੇਰੀ। ਅਮੀਰ ਬੰਦਾ ਇੱਕਦਮ ਗਰੀਬ ਹੋ ਗਿਆ ਜੀ। ਸਮੇਂ ਦੀ ਖੇਡ ਬੜੀ ਜੀ। ਉਹ ਸਿੱਖ ਦੇ ਮੂੰਹੋਂ ਬਚਨ ਇਹੋ ਜਿਹਾ ਨਿਕਲ ਗਿਆ ਜੀ। ਅਮੀਰ ਸੀਗਾ ਜੀ ਪਰ ਇੱਕਦਮ ਗਰੀਬ ਹੋ, ਕਿਉਂ ਕਰਜ਼ਾ ਜੂ ਸਿਰ ਤੇ ਹੋ ਗਿਆ ਜੀ। ਤੇ ਭਾਈ ਲੱਖੂ ਜੀ ਕੌਣ ਨੇ? ਮੈਂ ਇੱਕ ਖਿੰਨ 'ਚ ਕਹਿ ਕੇ ਅੱਗੇ ਚੱਲਾਂਗਾ ਛੇਤੀ ਛੇਤੀ। ਇੱਕ ਸਿੱਖ ਹੋਏ ਨੇ ਭਾਈ ਕਟਾਰਾ ਜੀ। ਉਹਨਾਂ ਦੇ ਕੋਲੋਂ ਭਾਈ ਲੱਖੂ ਜੀ ਨੇ ਜਪਜੀ ਸਾਹਿਬ ਦਾ ਪਾਠ ਸੁਣਿਆ ਸੀਗਾ ਜੀ। ਭਾਈ ਲੱਖੂ ਜੀ ਡਾਕੂ ਸਨ ਜੀ ਪਹਿਲਾਂ ਜੀ। ਦਿਨੇ ਡਾਕੇ ਮਾਰਦੇ ਸਨ, ਬੰਦੇ ਮਾਰ ਦਿੰਦੇ ਸਨ। ਭਾਈ ਲੱਖੂ ਜੀ ਨੇ ਇੱਕ ਦਿਨ ਉਹ ਜੰਗਲ 'ਚ ਜਦੋਂ ਗੁਰੂ ਕਾ ਸਿੱਖ ਲੱਕੜਾਂ ਲੈਣ ਗਿਆ, ਭਾਈ ਕਟਾਰਾ ਜੀ ਤੇ ਸਾਧ ਸੰਗਤ ਜੀ ਭਾਈ ਲੱਖੂ ਜੀ ਉਹਨੂੰ ਮਾਰਨ ਲੱਗੇ ਤੇ ਇੱਕ ਰੁੱਖ ਦੇ ਹੇਠਾਂ ਬੈਠ ਕੇ ਨਾ ਉਹ ਸਿੱਖ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾ ਸੀਗਾ ਜੀ। ਭਾਈ ਲੱਖੂ ਜੀ ਨੇ ਉਹਦੇ ਮੁਖੋਂ ਜਦੋਂ ਪਾਠ ਸੁਣਿਆ ਨਾ, ਉਹਦੇ ਮਨ ਨੂੰ ਸ਼ਾਂਤੀ ਪਹੁੰਚੀ ਜੀ। ਭਾਈ ਲੱਖੂ ਦੇ ਵੇਖੋ ਡਾਕੂ ਹੈ ਪਰ ਜਦੋਂ ਪਾਠ ਸੁਣਿਆ ਉਹਦੇ ਮਨ ਨੂੰ ਸ਼ਾਂਤੀ ਪਹੁੰਚੀ। ਉਹਦਾ ਕਾਰਨ ਇਹ ਹੈ, ਗੁਰੂ ਕਾ ਸਿੱਖ ਗਲੇ ਤੋਂ ਨਹੀਂ ਸੀ ਪੜ੍ਹ ਰਿਹਾ, ਉਹ ਹਿਰਦੇ ਤੋਂ ਪੜ੍ਹ ਰਿਹਾ ਸੀਗਾ ਜੀ। ਜਦੋਂ ਤੁਸੀਂ ਬਾਣੀ ਪਿਆਰ ਨਾਲ ਹਿਰਦੇ ਤੋਂ ਪੜ੍ਹੋਗੇ ਨਾ, ਵੱਡੇ ਤੋਂ ਵੱਡੇ ਮਾੜੇ ਬੰਦੇ ਤੇ ਵੀ ਅਸਰ ਪਏਗਾ ਜੀ। ਉਹ ਕਮਾਈ ਵਾਲੇ ਸਨ। ਭਾਈ ਲੱਖੂ ਨੇ ਸੋਚਿਆ ਇਹ ਬੰਦਾ ਮਾਰਨ ਵਾਲਾ ਨਹੀਂ ਹੈਗਾ ਜੀ। ਸਾਰਾ ਬਹਿ ਕੇ ਪਾਠ ਸੁਣਿਆ। ਸਿੱਖ ਨੇ ਨੇਤਰ ਖੋਲੇ, ਵੇਖਿਆ ਤੇ ਡਾਕੂ ਹੈ, ਮਸ਼ਹੂਰ ਡਾਕੂ ਹੈ ਭਾਈ ਲੱਖੂ। ਉਹਨੂੰ ਲੱਖੂ ਕਹਿੰਦੇ ਸਨ ਸਾਰੇ।
ਫਿਰ ਮਨ ਵਿੱਚ ਸੋਚਿਆ ਵੀ ਹੁਣ ਮੈਂ ਕੀ ਕਰ ਸਕਦਾ, ਇਹਨੇ ਮਾਰ ਦੇਣਾ। ਤੇ ਅੱਗੋਂ ਡਾਕੂ ਕਹਿਣ ਲੱਗਾ, ਜੀ ਭਾਈ ਲੱਖੂ ਕਹਿਣ ਲੱਗਾ, ਸੁਣ ਜੋ ਤੂੰ ਬੋਲ ਰਿਹਾ ਸੀ ਨਾ, ਉਹ ਮੈਨੂੰ ਫਿਰ ਸੁਣਾ। ਕਹਿਣ ਲੱਗੇ, ਮੇਰਾ ਸੁਣਨ ਨੂੰ ਜੀ ਕਰ ਰਿਹਾ। ਉਹ ਇੱਕ ਜਪਜੀ ਸਾਹਿਬ ਦਾ ਪਾਠ ਹੋਰ ਸੁਣਾਤਾ। ਕਹਿਣ ਲੱਗਾ, ਤੈਨੂੰ ਅੱਜ ਤੋਂ ਬਾਅਦ ਮੈਂ ਆਪਣੇ ਨਾਲ ਹੀ ਰੱਖਣਾ, ਤੂੰ ਮੈਨੂੰ ਇਹ ਪਾਠ ਸੁਣਾਇਆ ਕਰ। ਸਿੱਖ ਨੇ ਦੱਸਿਆ, ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਹੈ, ਤੇ ਮੇਰੇ ਗੁਰੂ ਗੁਰੂ ਅਰਜਨ ਸਾਹਿਬ ਨੇ, ਜੇ ਤੂੰ ਆਪਣਾ ਭਲਾ ਕਰਾਉਣਾ ਤੇ ਉਹਨਾਂ ਦੇ ਕੋਲ ਚੱਲ। ਉਹ ਦੋਵੇਂ ਆ ਗਏ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ 'ਚ। ਤੇ ਨੀਅਤ ਕਿੰਨਾ ਕੰਮ ਕਰਦੀ ਹੈ ਰਾਸ। ਜਦੋਂ ਦੋਵੇਂ ਆਏ ਨਾ ਮਹਾਰਾਜ ਦੀ ਹਾਜ਼ਰੀ 'ਚ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੀ ਵਾਰੀ ਭਾਈ ਲੱਖੂ ਨੂੰ ਪੁੱਛਿਆ, ਭਾਈ ਤੂੰ ਕੌਣ ਹੈ? ਤੇ ਭਾਈ ਲੱਖੂ ਦੇ ਮਨ ਤੇ ਗੁਰੂ ਜੀ ਦੇ ਦਰਸ਼ਨਾਂ ਦਾ ਇੰਨਾ ਵੱਧ ਅਸਰ ਹੋਇਆ ਸੀ। ਭਾਈ ਲੱਖੂ ਜੀ ਕਹਿਣ ਲੱਗੇ, ਮਹਾਰਾਜ ਮੈਂ ਡਾਕੂ ਹੈਗਾ। ਕਹਿਣ ਲੱਗੇ, ਨਹੀਂ ਤੇ ਡਾਕੂ ਚੋਰ ਕਿੱਥੋਂ ਮੰਨਦੇ ਜੀ? ਮਹਾਰਾਜ ਕਹਿਣ ਲੱਗੇ, ਅੱਛਾ ਚੇਤਾ ਰੱਖਿਓ, ਅੱਧੀ ਕਿਰਪਾ 50% ਕਿਰਪਾ ਤੇ ਉਦੋਂ ਹੋ ਜਾਂਦੀ ਹੈ ਜਦੋਂ ਬੰਦਾ ਆਪਣਾ ਗੁਨਾਹ ਬਿਲਕੁਲ ਸਾਫ਼ ਗੁਰੂ ਸਾਹਿਬ ਨੂੰ ਦੱਸ ਦਿੰਦਾ ਜੀ। ਉਹਨੇ ਆਖਿਆ, ਮਹਾਰਾਜ ਮੈਂ ਬਹੁਤ ਮਾੜਾ ਹਾਂ, ਮੈਂ ਡਾਕੂ ਹਾਂ। ਗੁਰੂ ਸਾਹਿਬ ਨੇ ਥਾਪੜਾ ਦਿੱਤਾ, ਉਸੇ ਭਾਈ ਲੱਖੂ ਨੂੰ ਸੰਤ ਬਣਾ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਭਾਈ ਲੱਖੂ ਜੀ ਸੰਤ ਬਣੇ ਜੀ। ਫਿਰ ਜੀ ਇਹ ਉਹੋ ਹੀ ਭਾਈ ਲੱਖੂ ਜੀ ਨੇ, ਉਹਨਾਂ ਬਚਨ ਕੀਤਾ ਜੀ। ਹੁਣ ਇਹ ਸੋਚਣ ਦਿਆ ਵੀ ਮੇਰਾ ਕੀ ਬਣੇਗਾ। ਹਾਂਜੀ, ਕਿਤਕ ਕਾਲ ਜਬ ਬੈਠਿਓ ਰਹਿਓ, ਕਰੁਣਾ ਕਰੀ ਗੁਰੂ ਪੁਨ ਲਹਿਓ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਵੇਖਿਆ ਲੱਖੂ ਵਾਹਿਗੁਰੂ ਬੁੱਧੂ ਬੜਾ ਢਿੱਲਾ ਹੋ ਕੇ ਬੈਠਾ ਸਿੱਖ। ਮਹਾਰਾਜ ਨੇ ਕਿਰਪਾ ਕਰਕੇ ਬਚਨ ਕੀਤਾ ਜੀ। ਫਿਰ ਜੀ ਹਾਂਜੀ, ਕਹਿਤ ਭਏ ਤੈਂ ਨੀਕ ਨਾ ਠਾਨਿਓ। ਗੱਜ ਕੇ ਆਖੋ ਵਾਹਿਗੁਰੂ। ਇੱਕ ਬਚਨ ਧਿਆਨ ਨਾਲ ਸੁਣਿਓ। ਮਹਾਰਾਜ ਕਹਿਣ ਲੱਗੇ, ਬੁੱਧੂ ਤੂੰ ਚੰਗਾ ਨਹੀਂ ਕੀਤਾ। ਕਹਿਣ ਲੱਗੇ, ਹਾਂਜੀ, ਸਿੱਖ ਆਤਿਥ ਕੋ ਛੁਦਤ ਨਾ ਜਾਣਿਓ। ਗੁਰੂ ਕਾ ਸਿੱਖ ਤੇਰੇ ਘਰ ਮਹਿਮਾਨ ਬਣ ਕੇ ਆਇਆ, ਭੁੱਖਾ ਸੀਗਾ, ਤੂੰ ਉਹਨੂੰ ਪ੍ਰਸ਼ਾਦਾ ਹੀ ਨਹੀਂ ਛਕਾਇਆ। ਹਾਂਜੀ, ਗੁਰ ਸਿੱਖਿਆਨ ਕੇ ਬਾਕ ਅਚਲ ਹੈ। ਉਹ ਕਮਾਈ ਵਾਲਾ ਸੀ। ਮਹਾਰਾਜ ਕਹਿਣ ਲੱਗੇ, ਕਮਾਈ ਵਾਲਾ ਸੀ। ਵੈਸੇ ਵੇਖਿਆ ਜੀ, ਜਿੰਨੇ ਚੋਰ ਡਾਕੂ ਪਹਿਲਾਂ ਸਨ, ਉਹ ਬਾਅਦ ਚੋਂ ਜਦੋਂ ਸਾਧ ਬਣੇ ਤੇ ਸਾਧ ਵੀ ਚੋਟੀ ਦੇ ਹੀ ਬਣੇ ਜੀ। ਕਿਉਂਕਿ ਉਹ ਚੋਰੀ ਡਾਕੂ ਕਰਨ, ਇਹ ਕੰਮ ਕਰਨ ਵਾਸਤੇ ਇਕਾਗਰਤਾ ਦੀ ਲੋੜ ਹੁੰਦੀ ਹੈ ਜੀ। ਇਕਾਗਰਤਾ ਉਹਨਾਂ ਦੀ ਬਣੀ ਹੁੰਦੀ ਹੈ। ਇਹੋ ਇਕਾਗਰਤਾ ਜਦੋਂ ਭਗਤੀ ਵਾਲੇ ਪਾਸੇ ਲਾਉਂਦੇ ਆ, ਛੇਤੀ ਉਹਨਾਂ ਦੀ ਤਰੱਕੀ ਹੋ ਜਾਂਦੀ ਜੀ। ਮਹਾਰਾਜ ਕਹਿਣ ਲੱਗੇ, ਹੁਣ ਉਹਨੇ ਬਚਨ ਕਰਤਾ ਤੇ ਚੇਤਾ ਰੱਖ, ਸਿੱਖ ਦਾ ਬਚਨ ਅਟਲ ਹੁੰਦਾ। ਕਹਿਣ ਲੱਗੇ, ਕਮਾਈ ਵਾਲੇ ਦਾ। ਹਾਂਜੀ, ਕਰੋ ਹਟਾਵਨ ਨਹਿ ਮਮ ਬਲ ਹੈ। ਗੱਜ ਕੇ ਆਖੋ ਵਾਹਿਗੁਰੂ। ਐ ਸਾਵਧਾਨ ਹੋ ਕੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਬੁੱਧੂ ਕਮਾਈ ਵਾਲੇ ਸਿੱਖ ਦਾ ਬਚਨ ਅਸੀਂ ਵੀ ਨਹੀਂ ਟਾਲ ਸਕਦੇ। ਕਹਿਣ ਲੱਗੇ, ਕਮਾਈ ਵਾਲੇ ਦਾ। ਹਾਂਜੀ, ਮੋਹੇ ਕਹੇ ਕੋ ਸਿੱਖ ਹਟਾਵੈ। ਸਾਡੇ ਕਹੇ ਹੋਏ ਨੂੰ ਸਿੱਖ ਹਟਾ ਸਕਦੇ ਆ। ਕਹਿਣ ਲੱਗੇ, ਹਾਂਜੀ, ਤਿੰਨ ਕੋ ਕਹਿਬੋ ਕੌਣ ਮਿਟਾਵੈ। ਪਰ ਜਦੋਂ ਕਮਾਈ ਵਾਲੇ ਸਿੱਖ ਬਚਨ ਕਰ ਦੇਣ ਨਾ, ਉਹਨਾਂ ਦੇ ਕਹੇ ਨੂੰ ਅਸੀਂ ਵੀ ਨਹੀਂ ਹਟਾਉਂਦੇ। ਕਹਿਣ ਲੱਗੇ, ਹਾਂਜੀ, ਜੋ ਸੰਗਤ ਹਿਤ ਕਰਹਿ ਆਹਾਰੇ, ਛੁਦਤ ਨਾ ਜਾਣ ਦੇਹ ਨਿਜ ਦੁਆਰੇ। ਜੇ ਕੋਈ ਸੰਗਤ ਵਾਸਤੇ ਭੋਜਨ ਤਿਆਰ ਕਰੇ ਤੇ ਬੁੱਧੂ ਅੱਗੋਂ ਤੋਂ ਗੱਲ ਚੇਤਾ ਰੱਖੀ, ਕਿਸੇ ਨੂੰ ਵੀ ਭੁੱਖਿਆ ਨਹੀਂ ਜਾਣ ਦੇਣਾ ਜੀ, ਖਾਲੀ ਨਹੀਂ ਜਾਣ ਦੇਣਾ ਜੀ। ਹਾਂਜੀ, ਤਉ ਪੂਰਨ ਗੁਰ ਪੁਰਬ ਪਛਾਨੋ। ਬਸ ਫਿਰ ਤੂੰ ਸਮਝ ਲੈਣਾ ਵੀ ਅੱਜ ਗੁਰੂ ਦਾ ਹੀ ਪੁਰਬ ਹੈ। ਅੱਜ ਮੇਰੇ ਘਰ ਸਮਾਗਮ ਨਹੀਂ, ਅੱਜ ਮੇਰੇ ਘਰ ਗੁਰੂ ਦਾ ਪੁਰਬ ਮਨਾਇਆ ਜਾ ਰਿਹਾ। ਨਾਹੇ ਤਾਂ ਓਨੋ ਰਹਿ ਚਿਤ ਠਾਨੋ। ਤੇ ਜੇ ਤੂੰ ਉਹਨੂੰ ਖਾਲੀ ਜਾਣ ਦਿੱਤਾ, ਕਿਸੇ ਵੀ ਸਿੱਖ ਨੂੰ ਅੱਗੇ ਤੋਂ, ਤੇ ਚੇਤਾ ਰੱਖੀ ਤੂੰ ਵੀ ਖਾਲੀ ਰਹੇਗਾ। ਕਹਿਣ ਲੱਗੇ,
ਬਸ ਇਸ ਗੱਲ ਦਾ ਧਿਆਨ ਰੱਖ। ਅਸੀਂ ਗੁਰੂ ਘਰ ਆਉਂਦੇ ਹਾਂ, ਮਨ 'ਚ ਇੱਛਾ ਹੁੰਦੀ ਹੈ ਕੁਝ ਪ੍ਰਾਪਤ ਕਰਕੇ ਜਾਈਏ। ਚੇਤਾ ਰੱਖਿਓ, ਜਿਹੜਾ ਬੰਦਾ ਘਰ ਆਏ ਨੂੰ ਖਾਲੀ ਨਹੀਂ ਨਾ ਤੋਰਦਾ, ਉਹ ਗੁਰੂ ਦੇ ਘਰੋਂ ਵੀ ਖਾਲੀ ਨਹੀਂ ਤੇ ਜਾਂਦਾ। ਜਿਹੜਾ ਘਰ ਆਏ ਨੂੰ ਖਾਲੀ ਤੋਰ ਦੇਵੇ, ਉਹ ਗੁਰੂ ਦੇ ਘਰੋਂ ਵੀ ਖਾਲੀ ਜਾਂਦਾ ਜੀ। ਹਾਂਜੀ, ਇਹੋ ਮੇਰੀ ਸਿੱਖ ਮਨ ਹੈ ਜੀ। ਹੁਣ ਇਹਦਾ ਭਾਵ ਇਹ ਨਾ ਲੈ ਦਿਓ ਵੀ ਮੈਂ ਕਹਿ ਰਿਹਾ ਵੀ ਜਦੋਂ ਮੈਂ ਤੁਹਾਡੇ ਘਰ ਆਊਂ ਮੈਨੂੰ ਪੈਸੇ ਚੜਾਇਓ। ਇਹਦਾ ਭਾਵ ਇਹ ਵੀ ਨਾ ਲਿਓ। ਪਰ ਕੋਈ ਗਰੀਬ ਵੇਖੋ, ਨਿਮਾਣਾ ਵੇਖੋ, ਉਹਦੀ ਸੇਵਾ ਜ਼ਰੂਰ ਕਰੋ ਜੀ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਇਹ ਸਾਡੀ ਸਿੱਖਿਆ ਚੇਤਾ ਰੱਖੀ ਅੱਗੇ ਤੋਂ। ਹਾਂਜੀ, ਕਾਰਜ ਲਹੈ ਸਪੂਰਨ ਤੇਈ। ਤੇਰੇ ਸਾਰੇ ਕਾਰਜ ਹੀ ਸੰਪੂਰਨ ਹੋਣਗੇ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਗੁਰ ਸਿੱਖਿਆ ਨ ਤੇ ਭੈ ਨਿਤ ਕਰਨੋ। ਅਗਲੀ ਗੱਲ ਇਹ ਵੀ ਚੇਤਾ ਰੱਖੀ ਬੁੱਧੂ, ਗੁਰ ਸਿੱਖਾਂ ਦਾ ਭੈ ਰੱਖੀ। ਕਹਿਣ ਲੱਗੇ, ਕਿਸੇ ਸਿੱਖ ਨੂੰ ਆਮ ਨਾ ਜਾਣੀ ਵੀ ਇਹਦਾ ਐਵੇਂ ਕਿਵੇਂ ਹੀ ਹੈਗਾ, ਇਹਦੀ ਕਾਹਦੀ ਲੋੜ ਹੈਗੀ ਹੈ। ਹਾਂਜੀ, ਕਬਹੁ ਅਨਾਦਰ ਨਹਿ ਮਨ ਧਰਨੋ। ਕਿਸੇ ਦਾ ਅਨਾਦਰ ਨਾ ਕਰੀ। ਕਈ ਵਾਰੀ ਬੰਦਾ ਤੈਸ ਚ ਆਇਆ ਹੁੰਦਾ, ਸਾਧ ਸੰਗਤ ਜੀ, ਉਹਦੇ ਕੋਲੋਂ ਸਿੱਖਾਂ ਦਾ ਅਨਾਦਰ ਹੋ ਜਾਂਦਾ। ਕਹਿੰਦੇ ਕਿਸੇ ਦਾ ਅਨਾਦਰ ਨਾ ਕਰੀ, ਤੇਰੇ ਤੇ ਗੁਰੂ ਕਿਰਪਾ ਕਰੇਗਾ। ਹਾਂਜੀ, ਸਿੱਖ ਬਚਨ ਕੋ ਜਾਣਹਿ ਮੀਠੇ। ਸਨਮੁਖ ਮਿਲਹਿ ਲਹੈ ਚਿਤ ਈਠੇ। ਸਿੱਖਾਂ ਦੇ ਬਚਨਾਂ ਨੂੰ ਮਿੱਠਾ ਮੰਨਿਆ ਕਰੀ। ਕਹਿਣ ਲੱਗੇ, ਤੇ ਜੇ ਕੋਈ ਸਾਹਮਣਿਓਂ ਆ ਕੇ ਮਿਲੇ, ਉਹਨੂੰ ਆਪਣਾ ਮਿੱਤਰ ਜਾਣਨਾ, ਭਰਾ ਜਾਣੀ। ਕਹਿਣ ਲੱਗੇ, ਇੱਥੇ ਸਾਧ ਸੰਗਤ ਜੀ ਇੱਕ ਨਹੀਂ, ਬੜੇ ਪ੍ਰਵਾਨ ਨੇ। ਬੰਦਾ ਦੂਜੇ ਦੀ ਗੱਲ ਨੂੰ ਟਿੱਚ ਜਾਣਦਾ, ਮੁੜ ਆਪ ਪਛਤਾਉਂਦਾ ਹੈ ਜੀ। ਹਾਂਜੀ, ਅਬ ਨਾ ਚਿੰਤ ਕਰ ਹਿਰਦੇ ਮਝਾਰ। ਹੁਣ ਉਹ ਤੇ ਭਾਈ ਬੁੱਧੂ ਜੀ ਤੇ ਬਾਰ-ਬਾਰ ਇਹੋ ਕਹਿ ਰਹੇ ਸਨ ਨਾ, ਮਹਾਰਾਜ ਮਰਨ ਤੱਕ ਵੀ ਕਰਜ਼ਾ ਲਾਉਂਦਾ ਰਵਾਂ ਤੇ ਨਹੀਂ ਉਤਰ ਸਕਦਾ, ਚਿੰਤਾ ਬੜੀ ਹੈ। ਮਹਾਰਾਜ ਕਹਿੰਦੇ, ਬੁੱਧੂ ਚਿੰਤਾ ਨਾ ਕਰ ਹੁਣ। ਹਾਂਜੀ, ਕਾਰਜ ਤੇਰੋ ਦੇਹ ਸਵਾਰ। ਤੇਰਾ ਕੰਮ ਸਵਾਰ ਦਿੰਨੇ ਆ। ਗੱਜ ਕੇ ਆਖੋ ਵਾਹਿਗੁਰੂ। ਫਿਰ ਵੀ ਸਤਿਗੁਰੂ ਜੀ ਦੇ ਹੱਥ 'ਚ ਸਭ ਕੁਝ ਹੈਗਾ ਜੀ। ਹਾਂਜੀ, ਬਹੁਰ ਨਾ ਕਰਹੁ ਕਬਹੁ ਅਸ ਬਾਤ। ਪਰ ਅੱਗੇ ਤੋਂ ਨਹੀਂ ਇਹ ਕੰਮ ਕਰਨਾ। ਇਸ ਵਾਰ ਤੇਰਾ ਕੰਮ ਸਵਾਰ ਦਿੰਨੇ ਆ, ਅੱਗੇ ਤੋਂ ਹਰ ਸਿੱਖ ਦਾ ਸਤਿਕਾਰ ਕਰਨਾ। ਕਹਿਣ ਲੱਗੇ, ਹਾਂਜੀ, ਸਿੱਖ ਅਨਾਦਰ ਹੈ ਦੁਖ ਦਾਤ। ਸਿੱਖ ਦਾ ਅਨਾਦਰ ਕੀਤਾ ਸਦਾ ਬੰਦੇ ਨੂੰ ਦੁਖੀ ਕਰੇਗਾ ਜੀ। ਕਿਸੇ ਸਿੱਖ ਦਾ ਅਨਾਦਰ ਕੀਤਾ ਦੁਖੀ ਕਰੇਗਾ। ਕੋਈ ਨਹੀਂ ਪਤਾ, ਅਗਲਾ ਕਮਾਈ ਵਾਲਾ, ਬਚਨ ਛੱਡ ਦੇ, ਲੈਣੇ ਦੇ ਦੇਣੇ ਪੈ ਜਾਂਦੇ ਜੀ। ਹਾਂਜੀ, ਕਾਚੀ ਈਂਟ ਪਚਾਵੇ ਜੋਏ। ਬਿਕਹਿ ਮੋਲ ਪਾਕੀ ਕੇ ਸੋਏ। ਮਹਾਰਾਜ ਕਹਿੰਦੇ, ਕੋਈ ਗੱਲ ਨਹੀਂ, ਆਵਾ ਕੱਚਾ ਨਿਕਲਿਆ ਨਾ। ਭਾਈ ਬੁੱਧੂ ਜੀ ਕਹਿੰਦੇ, ਹਾਂ। ਮਹਾਰਾਜ ਕਹਿੰਦੇ, ਹੁਣ ਕੱਚਾ ਹੀ ਪੱਕਿਆਂ ਦੇ ਭਾਅ ਵਿਕ ਜਾਏਗਾ। ਵਿਕੇਗਾ, ਵਿਕੇਗਾ ਪੱਕਿਆਂ ਦੇ ਭਾਅ ਹੀ। ਜਿੰਨੀ ਇੱਟ ਦਾ ਮੁੱਲ ਤੂੰ ਪੱਕੀ ਦਾ ਲਾਉਣਾ ਨਾ, ਕੱਚੀ ਦਾ ਵੀ ਓਨਾ ਹੀ ਹੋ ਜਾਏਗਾ। ਚੇਤਾ ਰੱਖਿਓ, ਜੇ ਗੁਰੂ ਭਾਵੇ ਕੱਚਿਆਂ ਨੂੰ ਵੀ ਪੱਕਿਆਂ ਦੇ ਭਾਅ ਵੇਚ ਦਿੰਦਾ ਹੈ। ਮਹਾਰਾਜ ਨੂੰ ਆਖੋ, ਮਹਾਰਾਜ ਅਸੀਂ ਵੀ ਕੱਚੇ ਹੀ ਹੈਗੇ ਆ। ਹਾਂਜੀ, ਖੋਟੇ ਖਰੇ ਕਰੇ। ਹਾਂਜੀ, ਰਿਣ ਉਤਰ ਹੈ ਅਰ ਨਫਾ ਸੋ ਪਾਵੈ। ਕਰਜ਼ਾ ਵੀ ਉਤਰ ਜਾਏਗਾ। ਤੇ ਬੁੱਧੂ ਕੋਈ ਨਹੀਂ, ਹੁਣ ਤੇਰੇ ਕੋਲੋਂ ਭੁੱਲ ਹੋ ਗਈ, ਤੈਨੂੰ ਲਾਭ ਵੀ ਮਿਲੇਗਾ। ਕਹਿਣ ਲੱਗੇ, ਹਾਂਜੀ, ਸਿੱਖਨ ਸੇਵਹੁ ਸੁਖੀ ਰਹਾਵੈ। ਪਰ ਚੇਤਾ ਰੱਖੀ, ਅੱਗੇ ਤੋਂ ਸਿੱਖਾਂ ਦਾ ਅਨਾਦਰ ਨਹੀਂ ਕਰਨਾ, ਹਰ ਸਿੱਖ ਦਾ ਸਤਿਕਾਰ ਕਰਨਾ ਆਏ ਦਾ। ਬਚ ਕਹਾਏ ਬੰਧਨ ਕਰ ਗਇਓ। ਭਾਈ ਬੁੱਧੂ ਨੇ ਨਮਸਕਾਰ ਕੀਤੀ, ਸੁਖੀ ਸੁਖੀ ਕਰ ਮੁੜੇ ਜੀ। ਸ਼ੁਕਰ ਹੈ ਮਹਾਰਾਜ ਨੇ ਮਿਹਰ ਕਰ ਦਿੱਤੀ ਜੀ। ਹਾਂਜੀ, ਈਟਹਿ ਜਾਏ ਨਿਕਾਸਤ ਪਇਓ। ਤੇ ਜਾ ਕੇ ਸਭ ਕੱਚੀਆਂ ਇੱਟਾਂ ਬਾਹਰ ਕੱਢ ਦਿੱਤੀਆਂ ਜੀ। ਆਵੇ ਚੋਂ ਜੀ ਸਾਰੇ ਨਗਰ ਨੂੰ ਪਤਾ ਲੱਗ ਗਿਆ ਵੀ ਬੁੱਧੂ ਦਾ ਆਵਾ ਕੱਚਾ ਹੀ ਨਿਕਲਿਆ ਹੈ। ਹਾਂਜੀ, ਸਭ ਪਿਲਰੀ ਹੇਰਤ ਪਛਤਾਵਤ। ਪਰ ਭਾਈ ਬੁੱਧੂ ਜੀ ਕੀ ਕਰਦੇ ਭਲਾ, ਜਦੋਂ ਪੱਕੀਆਂ ਵਾਹਿਗੁਰੂ ਕੱਚੀਆਂ ਇੱਟਾਂ ਵੇਖਦੇ ਆ ਨਾ, ਵੇਖ ਵੇਖ ਪਛਤਾਉਂਦੇ ਵੀ ਮੈਂ ਕਿਉਂ ਨਹੀਂ ਸੀ ਪ੍ਰਸ਼ਾਦਾ ਛਕਾਇਆ। ਹਾਂਜੀ,
ਗੁਰ ਬਚ ਸਿਮਰਤ ਧੀਰਜ ਪਾਵਤ। ਗੁਰੂ ਸਾਹਿਬ ਜੀ ਦਾ ਬਚਨ ਚੇਤੇ ਕਰਦੇ ਫਿਰ ਧੀਰਜ ਵੀ ਆਉਂਦਾ ਵੀ ਕੋਈ ਨਹੀਂ, ਹੈ ਤੇ ਕੱਚੀਆਂ ਪਰ ਵਿਕਣਗੀਆਂ ਪੱਕੀਆਂ ਦੇ ਭਾ। ਹਾਂਜੀ, ਲੱਗੀ ਝਰੀ ਬਰਖਾ ਬਹੁ ਹੋਈ। ਲਓ ਜੀ, ਫਿਰ ਮਹਾਰਾਜ ਨੇ ਖੇਡ ਵਰਤਾ ਦਿੱਤੀ ਜੀ। ਗੱਜ ਕੇ ਆਖੋ ਵਾਹਿਗੁਰੂ। ਮੀਂਹ ਪੈ ਗਿਆ ਸਾਧ ਸੰਗਤ ਜੀ, ਮੀਂਹ ਪੈ ਗਿਆ, ਬੜਾ ਮੀਂਹ ਪਿਆ ਜੀ, ਝੜੀ ਲੱਗ ਗਈ ਜੀ, ਪਈ ਜਾਵੇ ਪਈ ਜਾਵੇ। ਹਾਂਜੀ, ਅਪਰ ਪਚਾਵਾ ਪਇਓ ਨਾ ਕੋਈ। ਤੇ ਹੋਰ ਕਿਸੇ ਭੱਠੇ ਦੇ ਵਿੱਚ ਇੱਟਾਂ ਨਹੀਂ ਪੱਕੀਆਂ, ਕਿਉਂ ਬਾਲਣ ਦਾ ਬਲਿਆ ਜੀ, ਤੇ ਇੱਟਾਂ ਨਹੀਂ ਪੱਕੀਆਂ ਜੀ। ਹਾਂਜੀ, ਨੀਵ ਦੁਰਗ ਕੀ ਭਰਦੀ ਤਬੈ। ਉਥੇ ਰਾਜੇ ਦਾ ਕਿਲਾ ਬਣਨ ਵਾਲਾ ਸੀਗਾ ਤੇ ਉਥੇ ਕਿਲੇ ਦੀਆਂ ਨੀਹਾਂ ਭਰਨੀਆਂ ਸਨ ਜੀ। ਹਾਂਜੀ, ਨਰ ਪਾਤਸ਼ਾਹੀ ਖੋਜਤ ਸਬੈ। ਬਾਦਸ਼ਾਹ ਰਾਜੇ ਦੇ ਕਰਿੰਦੇ ਜਿਹੜੇ ਸਨ ਉਹ ਇੱਟਾਂ ਲੱਭਦੇ ਫਿਰਨ ਵੀ ਕਿਤੋਂ ਇੱਟਾਂ ਲੱਭਣ। ਹੁਣ ਕੋਈ ਵੀ ਆਵੇ ਵਾਲਾ ਉਹ ਕੱਚੀਆਂ ਇੱਟਾਂ ਦਾ ਆਵਾ ਨਹੀਂ ਖੋਲ ਸਕਦਾ ਜੀ। ਹਾਂਜੀ, ਨਹੀਂ ਈਟ ਕਾ ਪ੍ਰਾਪਤ ਤਿਨ ਕੋ। ਬੜੀਆਂ ਇੱਟਾਂ ਲੱਭੀਆਂ ਤੇ ਇੱਟਾਂ ਲੱਭੀਆਂ ਹੀ ਨਾ ਕਿਤੋਂ। ਕਾਰਜ ਬਣਿਓ ਜ਼ਰੂਰੀ ਤਿਨ ਕੋ। ਪਰ ਇੱਟਾਂ ਜ਼ਰੂਰੀ ਚਾਹੀਦੀਆਂ ਸਨ ਜੀ। ਹਾਂਜੀ, ਸੁਨ ਸੁਧ ਕੋ ਸੁਨ ਬੁੱਧੂ ਬੁਲਵਾਇਵ। ਉਹਨਾਂ ਨੂੰ ਪਤਾ ਲੱਗਾ ਵੀ ਬੁੱਧੂ ਨੇ ਇੱਟਾਂ ਆਵੇ ਚੋਂ ਕੱਢੀਆਂ ਨੇ। ਗੱਜ ਕੇ ਆਖੋ ਵਾਹਿਗੁਰੂ। ਬਾਦਸ਼ਾਹ ਰਾਜਾ ਸੀਗਾ ਜਿਹੜਾ, ਉਹਨੇ ਭਾਈ ਬੁੱਧੂ ਜੀ ਨੂੰ ਕੋਲ ਸੱਦਿਆ ਜੀ ਆਪਣੇ। ਹਾਂਜੀ, ਮੋਲ ਈਂਟ ਕਾ ਕੇਰ ਬਨਾਇਵ। ਹਾਂਜੀ, ਜਿਮ ਪਾਕੀ ਤਿਮ ਕਾਚੀ ਦੇਵੋ। ਹਾਂਜੀ, ਬਾੜ ਘਾਟ ਅਪਰਨ ਕੁਛ ਲੈਵੋ। ਭਾਈ ਬੁੱਧੂ ਜੀ ਨੇ ਪਹਿਲਾਂ ਹੀ ਰਾਜੇ ਨੂੰ ਗੱਲ ਦੱਸੀ, ਰਾਜਾ ਪਹਿਲਾਂ ਹੀ ਸੁਣ ਲੈ ਮੇਰੀਆਂ ਇੱਟਾਂ ਕੱਚੀਆਂ ਨੇ। ਰਾਜਾ ਕਹਿੰਦਾ ਸਾਨੂੰ ਇੱਟਾਂ ਦੀ ਲੋੜ ਹੈਗੀ, ਨੀਹਾਂ ਭਰਨੀਆਂ ਨੇ, ਕੋਈ ਨਹੀਂ ਤੂੰ ਕੱਚੀਆਂ ਹੀ ਦੇ ਕਹਿਣ ਲੱਗਾ। ਪਰ ਭਾਈ ਬੁੱਧੂ ਜੀ ਕਹਿੰਦੇ ਅਗਲੀ ਗੱਲ ਵੀ ਸੁਣ ਲਾ। ਰਾਜਾ ਜੀ ਅਗਲੀ ਗੱਲ ਸੁਣ ਲੋ, ਇੱਟਾਂ ਮੈਂ ਦੇਣੀਆਂ ਤੇ ਕੱਚੀਆਂ ਨੇ ਪਰ ਮੁੱਲ ਪੱਕੀਆਂ ਦਾ ਹੀ ਲਿਆਂਗਾ ਕਹਿਣ ਲੱਗੇ। ਰਾਜਾ ਕਹਿੰਦਾ ਠੀਕ ਹੈ ਤੂੰ ਇੱਟਾਂ ਦੇ, ਸਾਨੂੰ ਲੋੜ ਹੈਗੀ ਹੈ ਜੀ। ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਸੀ? ਪਿੱਛੇ ਸਤਿਗੁਰੂ ਜੀ ਦੀ ਤਾਕਤ ਕੰਮ ਕਰ ਰਹੀ ਸੀਗੀ ਜੀ। ਹਾਂਜੀ, ਦੁਰਗ ਨੀਵ ਬਿਗਰਹਿ ਨਹਿ ਕੈਸੇ। ਦਇਓ ਦਰਬ ਬੁੱਧੂ ਕਰ ਜੈਸੇ। ਉਹ ਜਿੰਨਾ ਮੁੱਲ ਭਾਈ ਬੁੱਧੂ ਜੀ ਨੇ ਮੰਗਿਆ ਉਹਨਾਂ ਮੁੱਲ ਭਾਈ ਬੁੱਧੂ ਜੀ ਦੇ ਹੱਥ ਤੇ ਆ ਗਿਆ। ਭਾਈ ਬੁੱਧੂ ਜੀ ਦੀਆਂ ਚਿੰਤਾਵਾਂ ਦੂਰ ਹੋ ਗਈਆਂ, ਸਭ ਘਾਟੇ ਪੂਰੇ ਹੋ ਗਏ ਜੀ, ਸਭ ਘਾਟੇ ਪੂਰੇ ਹੋ ਗਏ ਜੀ। ਹਾਂਜੀ, ਮੂਲ ਨਫਾ ਸਭ ਪਰਿਓ ਸੋ ਪਾਲੇ। ਗੁਰ ਮਹਿਮਾ ਕੋ ਲਖਿਓ ਬਿਸਾਲੇ। ਇਸ ਤਰੀਕੇ ਨਾਲ ਭਾਈ ਬੁੱਧੂ ਜੀ ਨੇ ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਬਹੁਤਾ ਹੀ ਆਪਣੇ ਹਿਰਦੇ 'ਚ ਵੱਡਾ ਸਮਝਿਆ। ਇਹ ਗੁਰੂ ਸਾਹਿਬ ਨੇ ਮੇਰੇ ਤੇ ਮਿਹਰ ਕੀਤੀ, ਮੈਂ ਤੇ ਗਲਤੀ ਕਰਕੇ ਕੰਮ ਵਿਗਾੜ ਬੈਠਾ ਸਾਂ ਜੀ। ਹਾਂਜੀ, ਅਰਦਾਸ ਕਰਿਆ ਕਰੋ, ਸਾਡੇ ਕੋਲ ਨਿਤ ਭੁੱਲਾਂ ਹੁੰਦੀਆਂ ਜੀ। ਰਾਖ ਲਿਓ ਹਮ ਤੇ ਬਿਗੜੀ। ਹਾਂਜੀ, ਸਿੱਖ ਕੋ ਬਾਕ ਨਾ ਗੁਰੂ ਮਿਟਾਇਓ। ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਮਰਿਆਦਾ ਦੇ ਪੂਰੇ ਨੇ। ਗੁਰੂ ਸਾਹਿਬ ਨੇ ਸਿੱਖ ਦਾ ਬਚਨ ਵੀ ਨਹੀਂ ਮਿਟਾਇਆ ਜੀ। ਹਾਂਜੀ, ਆਪਨੋ ਕਹਿਓ ਪ੍ਰਥਮ ਦੇ ਫਲਾਇਓ। ਤੇ ਪਹਿਲਾ ਬਚਨ ਵੀ ਸਫਲਾ ਹੋ ਗਿਆ, ਘਾਟੇ ਵੀ ਪੂਰੇ ਹੋ ਗਏ, ਸਿੱਖ ਦਾ ਬਚਨ ਵੀ ਪੂਰਾ ਹੋ ਗਿਆ ਜੀ। ਹਾਂਜੀ, ਪਾਕੀ ਕੇ ਮੁੱਲ ਕਾਚ ਬਿਕਾਈ। ਸੁਨ ਕੇ ਗੁਰ ਸਿੱਖਿਆ ਸਮੁਦਾਈ। ਉਹ ਫਿਰ ਜਦੋਂ ਸਿੱਖਾਂ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਨੇ ਮਿਹਰ ਕੀਤੀ, ਗੁਰੂ ਅਰਜਨ ਸਾਹਿਬ ਜੀ ਨੇ, ਬੁੱਧੂ ਦੀਆਂ ਕੱਚੀਆਂ ਇੱਟਾਂ ਵੀ ਪੱਕੀਆਂ ਦੇ ਭਾਅ ਵਿਕ ਗਈਆਂ ਨੇ। ਸਾਰਿਆਂ ਦੇ ਮਨ ਨੂੰ ਬੜਾ ਚੰਗਾ ਲੱਗਾ, ਗੁਰੂ ਜੀ ਦੀ ਮਹਿਮਾ ਨੂੰ ਆਪਣੇ ਹਿਰਦੇ 'ਚ ਵਸਾਇਆ। ਪਿਆਰ ਨਾਲ ਗੱਜ ਕੇ ਸਾਰੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੋ ਇਸ ਤਰੀਕੇ ਨਾਲ ਸਾਰੇ ਸਿੱਖ ਸੱਚੇ ਪਾਤਸ਼ਾਹ ਜੀ ਨੂੰ ਧੰਨ ਧੰਨ ਕਹਿਣ। ਮਹਾਰਾਜ ਧੰਨ ਨੇ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਕਿਸ ਤਰ੍ਹਾਂ ਵੀ ਆਪਣੇ ਸਿੱਖਾਂ ਦੀ ਪੈਜ ਰੱਖ ਲੈਂਦੇ ਆ ਜੀ। ਹੁਣ ਧਿਆਨ ਨਾਲ ਗੱਲ ਸੁਣਿਓ। ਇੱਕ ਪਿੰਡ ਹੈ, ਉਸ ਪਿੰਡ ਦਾ ਨਾਮ ਹੈ ਡਮੇਲੀ ਜੀ, ਆਪਣੇ ਪੰਜਾਬ ਦਾ ਪਿੰਡ ਹੈ ਜੀ। ਡਮੇਲੀ ਪਿੰਡ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਚਰਨ ਪਾਏ ਜੀ। ਜਦੋਂ ਮਹਾਰਾਜ ਨੇ ਉੱਥੇ ਚਰਨ ਪਾਏ ਨਾ ਜੀ, ਡਮੇਲੀ ਪਿੰਡ ਵਾਲਿਆਂ ਨੇ ਮਹਾਰਾਜ ਦਾ ਬੜਾ ਸਤਿਕਾਰ ਕੀਤਾ, ਬੜੀ ਸੇਵਾ ਕੀਤੀ, ਸਿੱਖਾਂ ਨੂੰ ਵੀ ਖੂਬ ਸਿਖਾਇਆ, ਸੇਵਾ ਕੀਤੀ ਜੀ। ਮਹਾਰਾਜ ਸੱਚੇ ਪਾਤਸ਼ਾਹ ਪਿੰਡ ਵਾਲਿਆਂ ਨੂੰ ਪੁੱਛਣ ਵੀ ਤੁਸੀਂ ਇੰਨੇ ਸਿਆਣੇ ਹੋ,
ਇੰਨੀ ਵਧੀਆ ਮੱਤ ਤੁਹਾਨੂੰ ਕਿੰਨੇ ਦਿੱਤੀ ਹੈ? ਗੱਜ ਕੇ ਆਖੋ ਵਾਹਿਗੁਰੂ। ਚੇਤਾ ਰੱਖੋ ਸੰਗਤ ਜੀ, ਇਸ ਰਸਤੇ ਤੇ ਚੱਲਣ ਵਾਸਤੇ ਬੰਦੇ ਕੋਲ ਮੱਤ ਹੋਣੀ ਜ਼ਰੂਰੀ ਹੈ ਜੀ। ਹੁਣ ਮੱਤ ਨਹੀਂ ਸੀ ਭਾਈ ਬੁੱਧੂ ਜੀ ਕੋਲੋਂ, ਤਾਈਓ ਕੰਮ ਵਿਗੜਿਆ ਜੀ। ਤੁਹਾਨੂੰ ਇੰਨੀ ਵਧੀਆ ਮੱਤ ਕਿਹਨੇ ਦਿੱਤੀ ਹੈ? ਪਿੰਡ ਵਾਲੇ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਮੱਤ ਧੱਕੇ ਖਾ ਕੇ ਹੀ ਆਈ ਹੈ। ਅੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਉਹਦਾ ਕਾਰਨ ਇਹ ਹੈ, ਸਾਡੇ ਪਿੰਡ 'ਚ ਸੰਤ ਆਏ ਸਨ ਜੀ, ਕਮਾਈ ਵਾਲੇ ਸਨ। ਰੋਹ ਨਿਕਲ ਰਹੀ ਸੀਗੀ ਤੇ ਜਿਸ ਬੰਦੇ ਦੇ ਖੇਤਾਂ 'ਚੋਂ ਖਲੋਤੇ ਸਨ, ਉਹਨਾਂ ਰੋਹ ਮੰਗੀ। ਆਖਿਆ ਵੀ ਮੈਨੂੰ ਰੋਹ ਪਿਆ। ਉਹਦੇ ਕੋਲ ਸਮਾਂ ਨਹੀਂ ਸੀ। ਸੰਤਾਂ 2-3 ਵਾਰੀ ਕਹਿਤਾ ਰੋਹ ਪਿਆ ਦੇ। ਉਹ ਕਹਿਣ ਲੱਗਾ ਠਹਿਰ ਜਾ ਹਾਂ ਸੰਤਾ, ਤੈਨੂੰ ਬਹੁਤੀ ਅੱਗ ਲੱਗੀ ਹੈ। ਆਮ ਹੀ ਇਹ ਗੱਲ ਹੈਗੀ ਜੀ। ਮਹਾਰਾਜ ਉਹ ਕਮਾਈ ਵਾਲੇ ਸੀਗੇ, ਉਹ ਕਹਿਣ ਲੱਗੇ ਅੱਗ ਮੈਨੂੰ ਤਾਂ ਨਹੀਂ ਲੱਗੀ, ਹੁਣ ਚੇਤਾ ਰੱਖੋ ਅੱਗ ਤੁਹਾਨੂੰ ਲੱਗਿਆ ਕਰੇਗੀ। ਉਹ ਤੇ ਗੱਲ ਕਹਿ ਕੇ ਚਲੇ ਗਏ। ਮਹਾਰਾਜ ਹੁਣ ਹਰ ਸਾਲ ਪਿੰਡ ਵਿੱਚ ਆਪੇ ਹੀ ਅੱਗ ਲੱਗ ਜਾਂਦੀ ਹੈ। ਹਰ ਸਾਲ ਜਦੋਂ ਅੱਗ ਲੱਗਦੀ ਨੁਕਸਾਨ ਬਹੁਤ ਹੁੰਦਾ ਮਹਾਰਾਜ। ਉਸ ਦਿਨ ਤੋਂ ਬਾਅਦ ਕੋਈ ਸੰਤ ਸਾਧੂ ਗੁਰਮੁਖ ਰੱਬ ਦਾ ਪਿਆਰਾ ਆ ਜੇ, ਅਸੀਂ ਉਹਦਾ ਨਿਰਾਦਰ ਨਹੀਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿੰਡ ਵਾਲੇ ਇਕੱਠੇ ਹੋ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਸਾਡੇ ਤੇ ਦੁੱਖ ਦੀ ਘੜੀ ਆ ਬਣੀ ਹੈ। ਹਰ ਸਾਲ ਅੱਗ ਲੱਗਦੀ ਹੈ, ਲੱਗਦੀ ਵੀ ਬਹੁਤ ਜ਼ਿਆਦਾ ਹੈ, ਤੇ ਮਹਾਰਾਜ ਸਾਡਾ ਕੋਈ ਬਚਾਅ ਹੋ ਜੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਵਾਹਿਗੁਰੂ। ਤੇ ਸੱਚੇ ਪਾਤਸ਼ਾਹ ਮਹਾਰਾਜ ਦਇਆ ਦੇ ਘਰ 'ਚ ਆਏ। ਮਹਾਰਾਜ ਪਿੰਡ ਵਾਲਿਆਂ ਨੂੰ ਕਹਿੰਦੇ ਸੁਣੋ, ਤੁਸੀਂ ਸਾਡੀ ਸੇਵਾ ਕੀਤੀ ਹੈ, ਖੁਸ਼ੀ ਲਈ ਹੈ। ਉਹ ਸਾਧੂ ਕਮਾਈ ਵਾਲਾ ਮਹਾਰਾਜ ਕਹਿਣ ਲੱਗੇ, ਕਮਾਈ ਵਾਲਿਆਂ ਦੇ ਬਚਨ ਨੂੰ ਮੋੜਨਾ ਇਹ ਮਰਿਆਦਾ ਨਹੀਂ ਹੈਗੀ ਜੀ। ਕੋਈ ਕਮਾਈ ਵਾਲਾ ਆਖੇ ਉਹਦੇ ਗੱਲ ਨੂੰ ਮੋੜ ਦਿਓ ਜੀ, ਇਹ ਮਰਿਆਦਾ ਨਹੀਂ ਹੈਗੀ। ਮਹਾਰਾਜ ਕਹਿੰਦੇ ਹੁਣ ਸੁਣੋ, ਸੇਵਾ ਕੀਤੀ, ਤੁਹਾਨੂੰ ਸੇਵਾ ਦਾ ਵੀ ਫਲ ਦੇਣਾ। ਅੱਗ ਤੇ ਹਰ ਸਾਲ ਲੱਗਿਆ ਕਰੇਗੀ, ਪਰ ਥੋੜੀ ਲੱਗਿਆ ਕਰੇਗੀ। ਕਹਿਣ ਲੱਗੇ ਉਹਨਾਂ ਇੰਨਾ ਹੀ ਕਿਹਾ ਸੀ ਨਾ, ਅੱਗ ਤੇ ਤੁਹਾਨੂੰ ਲੱਗੇਗੀ। ਅੱਗ ਹਰ ਸਾਲ ਲੱਗੇਗੀ, ਉਵੇਂ ਹੀ ਥੋੜੀ ਜੀ ਲੱਗਿਆ ਕਰੇਗੀ, ਨੁਕਸਾਨ ਵੀ ਕੋਈ ਨਹੀਂ ਕਰਿਆ ਕਰੇਗੀ, ਆਪੇ ਬੁੱਝ ਵੀ ਜਾਇਆ ਕਰੇਗੀ। ਕਹਿੰਦੇ ਹੁਣ ਤੱਕ ਉਸ ਪਿੰਡ 'ਚ ਆਪੇ ਹੀ ਅੱਗ ਲੱਗਦੀ, ਥੋੜੀ ਜੀ ਉਹ ਆਪੇ ਹੀ ਲੱਗਦੀ ਹੈ, ਆਪੇ ਬੁੱਝ ਜਾਂਦੀ ਹੈ, ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ। ਕਿਉਂ? ਉਹਨਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਕੇ ਬਖਸ਼ਾ ਲਿਆ ਆਪਣੇ ਆਪ ਨੂੰ ਜੀ। ਭੁੱਲਾਂ ਤੇ ਬੰਦੇ ਕੋਲੋਂ ਹੋ ਜਾਂਦੀਆਂ ਨੇ ਜੀ, ਭੁੱਲਾਂ ਹੋਣਾ ਸੁਭਾਵਿਕ ਹੈ। ਕਿਉਂ? ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਦੋ ਬੰਦੇ ਨੇ ਜਿਨ੍ਹਾਂ ਕੋਲੋਂ ਭੁੱਲ ਨਹੀਂ ਹੁੰਦੀ, ਇੱਕ ਖੁਦ ਪਰਮੇਸ਼ਰ ਹੈ ਤੇ ਇੱਕ ਸੱਚੇ ਪਾਤਸ਼ਾਹ ਸਤਿਗੁਰੂ ਜੀ। ਬਾਕੀ ਸਭ ਜੀਵ ਭੁੱਲਾਂ ਅੰਦਰ ਹੈ ਜੀ। ਭੁੱਲਾਂ ਤੇ ਹੋ ਜਾਂਦੀਆਂ, ਪਰ ਫਿਰ ਵੀ ਬੰਦੇ ਕੋਲ ਜੁਗਤ ਹੋਵੇ ਤੇ ਬੰਦਾ ਆਪਣੇ ਆਪ ਨੂੰ ਬਖਸ਼ਾ ਲੈਂਦਾ। ਭਾਈ ਬੁੱਧੂ ਜੀ ਕੋਲੋਂ ਭੁੱਲ ਹੋ ਗਈ, ਪਰ ਭਾਈ ਬੁੱਧੂ ਜੀ ਨੇ ਆਪਣੇ ਆਪ ਨੂੰ ਫਿਰ ਬਖਸ਼ਾ ਲਿਆ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਅਸੀਂ ਸਦਾ ਹੀ ਭੁੱਲਣਹਾਰ ਹਾਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਾਨੂੰ ਵੀ ਬਖਸ਼ ਲੈਣ ਜੀ। ਕਰੋ ਅਰਦਾਸ, ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਬਖਸ਼ ਲਓ। ਸੱਚੇ ਪਾਤਸ਼ਾਹ ਸਾਡੇ ਕੋਲੋਂ ਬਹੁਤ ਭੁੱਲਾਂ ਹੁੰਦੀਆਂ ਨੇ, ਹੁੰਦੀਆਂ ਹੀ ਰਹਿਣੀਆਂ ਨੇ। ਮਹਾਰਾਜ ਸਾਨੂੰ ਬਖਸ਼ ਦਿਓ। ਕਿਉਂ? ਅਸੀਂ ਸੰਸਾਰੀ ਲੋਕ ਹੈਗੇ ਆ, ਘਾਟੇ ਪੈਣ ਲੱਗ ਪਏ। ਭਾਈ ਬੁੱਧੂ ਜੀ ਵਾਂਗੂ ਵੇਖ ਲਓ ਕੀ ਹੁੰਦਾ ਜੀ ਬਾਅਦ ਵਿੱਚ। ਸੋ ਮਹਾਰਾਜ ਗਰੀਬ ਨਵਾਜ਼ ਕਿਰਪਾ ਕਰਨ। ਹੁਣ ਜਪੋ 5-7 ਮਿੰਟ ਨਾਮ। ਪ੍ਰਸੰਗ ਸੰਪੂਰਨ ਹੋ ਗਿਆ। ਤੈਂ ਸਾਵਧਾਨ ਹੋ ਕੇ ਨਾ ਲੱਕ ਸਿੱਧੇ ਕਰਕੇ ਪ੍ਰੇਮ ਨਾਲ ਤੇ ਜੀਭ ਤੋਂ ਵਾਹਿਗੁਰੂ ਬੋਲਣਾ ਹੈ, ਕੰਨਾਂ ਤੋਂ ਸੁਣਨਾ ਹੈ, ਬੜੇ ਹੀ ਪਿਆਰ ਨਾਲ। ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਖਸ਼ ਲਓ ਵਾਹਿਗੁਰੂ 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 ਸੱਚੇ ਪਾਤਸ਼ਾਹ ਮਿਹਰ ਕਰਨ, ਸਾਨੂੰ ਭਜਨ ਕਰਨ ਦਾ ਬਲ ਬਖਸ਼ਣ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ